ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਸਿਮਰੋ ਅੰਗਦ ਦੁਖ ਨਿਕੰਦਨ। ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਸ਼੍ਰੀ ਹਰਗੋਬਿੰਦ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਦੋਹਰਾ ਦਲ ਸਿੰਘ ਬੈਠਿਆਨ ਕਰ ਸ਼੍ਰੀ ਮੁਖ ਕੀਨ ਬਖਾਨ ਆਪਣੀ ਤਿਆਰੀ ਕੀਜੀਐ ਦੱਖਣ ਕਰੇ ਪਿਆਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਇਮਕੈ ਫਤਿਹ ਸਿੰਘ ਕੋ ਮੋਰਾ ਕਾਚੇ ਲੋਕਨ ਧੀਰਜ ਛੋਰਾ। ਖਾਨ ਪਾਨ ਕਰ ਦਿਵਸ ਬਤਾਇਓ ਸੰਧਿਆ ਸਮੇਂ ਤਿਮਰ ਤਨ ਪਾਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਦੇ ਹੋਏ ਗੁਰੂ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਆਪਾਂ ਪਿਛਲੇ ਦਿਨੀ ਵਿਚਾਰਾਂ ਸਰਵਣ ਕਰ ਰਹੇ ਸੀ ਜਦੋਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਮਦਮਾ ਸਾਹਿਬ ਤਲਵੰਡੀ ਤੋਂ ਚਾਲੇ ਪਾ ਕਰਕੇ ਝੋਲੜਾ ਪਹੁੰਚਦੇ ਹਨ ਤੇ ਝੋਲੜਾ ਤੋਂ ਅੱਗੇ ਚੱਲਦੇ ਹਨ ਤਾਂ ਚਲਦੇ ਚਲਦੇ ਸਤਿਗੁਰੂ ਪਾਤਸ਼ਾਹ ਜੀ ਸਰਸੇ ਪਹੁੰਚਦੇ ਹਨ ਤੇ ਸਰਸੇ ਪਹੁੰਚ ਕਰਕੇ ਸਤਿਗੁਰੂ ਪਾਤਸ਼ਾਹ ਜੀ ਉਤਰਨਾ ਕਰਦੇ ਹਨ ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਜਿਸ ਵੇਲੇ ਦੀਵਾਨ ਸਜਾਇਆ ਤੇ ਦੀਵਾਨ ਵਿੱਚ ਬੈਠੇ ਭਾਈ ਰਾਮ ਸਿੰਘ ਨੇ ਕਿਹਾ ਜੀ ਫਤਿਹ ਸਿੰਘ ਨੂੰ ਤਾਂ ਵਾਪਸ ਮੋੜ ਦਈਏ, ਘਰੇ ਵੀ ਕੋਈ ਬੰਦਾ ਚਾਹੀਦਾ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਇਹਦੇ ਹਿਰਦੇ ਦੀ ਗੱਲ ਨੂੰ ਸਮਝ ਲਿਆ ਹੈ। ਜਿਸ ਵੇਲੇ ਸਤਿਗੁਰੂ ਪਾਤਸ਼ਾਹ ਜੀ ਨੇ ਫਤਿਹ ਸਿੰਘ ਨੂੰ ਮੋੜਨ ਦਾ ਹੁਕਮ ਦੇ ਦਿੱਤਾ, ਚਲੋ ਫਤਿਹ ਸਿੰਘ ਮੁੜ ਆਇਆ ਤੇ ਰਾਮ ਸਿੰਘ, ਡੱਲਾ ਸਿੰਘ, ਪਰਮ ਸਿੰਘ, ਧਰਮ ਸਿੰਘ, ਕਰਬਾਰੀ, ਦਰਬਾਰੀ ਆਦਿ ਇਹ ਸਤਿਗੁਰਾਂ ਦੇ ਨਾਲ ਚੱਲ ਰਹੇ ਹਨ। ਅੱਗੇ ਚੱਲ ਕੇ ਗੁਰੂ ਪਿਆਰਿਓ ਜਿਹੜਾ ਡੱਲਾ ਹੈ ਇਹ ਵੀ ਅੱਧੀ ਰਾਤ ਨੂੰ ਸਤਿਗੁਰਾਂ ਦਾ ਸਾਥ ਛੱਡ ਕੇ ਰਸਤੇ ਵਿੱਚੋਂ ਵਾਪਸ ਆ ਜਾਂਦਾ ਹੈ।
ਉਸ ਤੋਂ ਅੱਗੇ ਆਪਾਂ ਵਿਚਾਰਾਂ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਹਿਮ ਕੈ ਫਤਿਹ ਸਿੰਘ ਕੋ ਮੋਰਾ, ਕਾਚੇ ਲੋਕਨ ਧੀਰਜ ਛੋਰਾ। ਤੋ ਰਾਮ ਸਿੰਘ ਦੇ ਬੇਨਤੀ ਕਰਨ ਤੇ ਸਤਿਗੁਰੂ ਪਾਤਸ਼ਾਹ ਭਾਵੇਂ ਸਰਬ ਕਲਾ ਸਮਰੱਥ ਸਭ ਜਾਣਦੇ ਹਨ, ਪਰ ਇਹਨਾਂ ਮਨੁੱਖਾਂ ਨੇ ਜੋ ਜੰਗਲ ਦੇ ਇਲਾਕੇ ਦੇ ਰਹਿਣ ਵਾਲੇ ਰਾਮ ਸਿੰਘ, ਫਤਿਹ ਸਿੰਘ, ਡੱਲਾ ਸਿੰਘ, ਕਰਬਾਰੀ, ਦਰਬਾਰੀ ਆਦਿ, ਭਾਈ ਸਾਹਿਬ ਲਿਖਦੇ ਹਨ ਕਿ ਇਹਨਾਂ ਕੱਚੇ ਲੋਕਾਂ ਨੇ ਧੀਰਜ ਤੋੜ ਦਿੱਤਾ ਹੈ ਵੀ ਗੁਰੂ ਸਾਹਿਬ ਦੇ ਨਾਲ ਕਿੱਥੇ ਦੂਰ ਜਾਵਾਂਗੇ। ਇਉਂ ਇਹਨਾਂ ਨੇ ਬੇਨਤੀ ਕਰਕੇ ਫਤਿਹ ਸਿੰਘ ਨੂੰ ਕਹਿੰਦੇ ਵਾਪਸ ਮੋੜ ਦਿੱਤਾ ਹੈ ਜੀ। ਖਾਨ ਪਾਨ ਕਰ ਦਿਵਸ ਬਿਤਾਇਓ, ਸੰਦੇ ਸਮੇਂ ਤਿਮਰ ਗਨ ਤਾਇਓ। ਔਰ ਫਤਿਹ ਸਿੰਘ ਮੁੜ ਆਇਆ ਤੇ ਸ਼ਾਮਾਂ ਪੈ ਗਈਆਂ ਦੀਵਾਨ ਦੇ ਵਿੱਚ। ਇੱਥੇ ਪੜਾਅ ਕੀਤਾ ਹੈ, ਪੜਾਅ ਦੇ ਵਿੱਚ ਸ਼ਾਮਾਂ ਦਾ ਭੋਜਨ ਬਣਦਾ ਹੈ। ਲਾਲ ਸਿੰਘ ਕੰਕਨ ਦੋਨੋਂ ਉਤਰੇ, ਹਿਤ ਤਕਰਾਈ ਗੁਰ ਡਿਗ ਧਰੇ। ਔਰ ਭਾਈ ਡੱਲੇ ਨੇ ਆਪਣੇ ਹੱਥਾਂ ਦੇ ਵਿੱਚੋਂ ਦੋ ਸੋਨੇ ਦੇ ਕੜੇ ਲਾਹ ਕਰਕੇ ਸਤਿਗੁਰਾਂ ਦੇ ਸਿਰਹਾਣੇ ਰੱਖ ਦਿੱਤੇ ਹਨ। ਸੁੰਦਰ ਖੰਡਾ ਦਿਓ ਟਿਕਾਈ, ਬਾਹੀ ਸੰਗ ਮੰਚ ਕੇ ਲਾਈ। ਔਰ ਜਿਹੜਾ ਖੰਡਾ ਸੀ ਇਸ ਨੂੰ ਸਤਿਗੁਰਾਂ ਨੇ ਦਿੱਤਾ, ਉਹ ਵੀ ਇਸ ਨੇ ਮੰਜੇ ਦੇ ਨਾਲ ਸਿਰਹਾਣੇ ਵਾਲੇ ਪਾਸੇ ਖੜਾ ਕਰ ਦਿੱਤਾ ਹੈ। ਕੰਗਣ ਵੀ ਇਸ ਨੂੰ ਸਤਿਗੁਰਾਂ ਨੇ ਦਿੱਤੇ ਸਨ, ਉਹ ਵੀ ਇਹਨੇ ਲਾ ਕੇ ਸਤਿਗੁਰਾਂ ਦੇ ਸਿਰਹਾਣੇ ਰੱਖ ਦਿੱਤੇ ਜੀ। ਇਸ ਜਬ ਭਈ ਅਦਕ ਅੰਧਕਾਰਾ, ਹਿਤ ਭਾਜਨ ਕੇ ਕੀਨਸ ਤਿਆਰਾ। ਤੇ ਉਸ ਤੋਂ ਬਾਅਦ ਦਿਨੇ ਫਤਿਹ ਸਿੰਘ ਨੂੰ ਮੋੜਤਾ, ਰਾਤ ਨੂੰ ਡੱਲੇ ਨੇ ਵੀ ਸਤਿਗੁਰਾਂ ਦਾ ਸਾਥ ਛੱਡ ਕੇ ਮੁੜਨ ਦੀ ਸਲਾਹ ਕੀਤੀ ਹੈ। ਗੁਰ ਡੇਰੇ ਕੀ ਕਰੀ ਪ੍ਰਦਛਨਾ, ਦੋਏ ਬਾਰ ਫਿਰ ਨੀਠ ਵਿਚਛਨਾ। ਔਰ ਫਿਰ ਇਸ ਨੇ ਸਤਿਗੁਰੂ ਆਰਾਮ ਕਰ ਰਹੇ ਹਨ। ਵੈਸੇ ਤਾਂ ਸਤਿਗੁਰੂ ਸੁੱਤੇ ਵੀ ਜਾਗਦੇ ਆ ਤੇ ਜਾਗਦੇ ਵੀ ਆਰਾਮ 'ਚ ਹੈ, ਪਰ ਇਸ ਨੇ ਸੋਚਿਆ ਕਿ ਸਤਿਗੁਰੂ ਹੁਣ ਸੁੱਤੇ ਪਏ ਆ, ਕਿਹੜਾ ਪਤਾ ਲੱਗਣਾ ਹੈ। ਇਹਨੇ ਦੋ ਪ੍ਰਕਰਮਾਂ ਕੀਤੀਆਂ ਹਨ। ਪੁਨ ਫਿਰ ਬੇਕੀ ਧੀਰ ਨ ਰਹੀ, ਨਮੋ ਕਰੀ ਕਰ ਜੋਰੇ ਤਹੀ। ਔਰ ਤੀਜੀ ਪ੍ਰਕਰਮਾ ਇਸ ਤੋਂ ਨਹੀਂ ਕੀਤੀ ਗਈ। ਸੁੱਤੇ ਪਏ ਹੀ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਇਸ ਨੇ ਪਲੰਘੇ ਦੇ ਪੈਂਦ ਵੱਲ ਨਮਸਕਾਰ ਕੀਤੇ ਹੈ। ਘਰ ਬਾਰੀ ਦਰਬਾਰੀ ਦੌਨ, ਚੜ ਕਰ ਪਾਜ ਹਟਿਓ ਬਲ ਤੌਨ। ਔਰ ਗੁਰੂ ਪਿਆਰਿਓ, ਘਰਬਾਰੀ ਤੇ ਦਰਬਾਰੀ ਇਹ ਵੀ ਦੋਨੇ ਜਿਹੜੇ ਸਨ, ਇਹਨਾਂ ਨੂੰ ਵੀ ਨਾਲ ਲੈ ਆਇਆ ਹੈ। ਸੰਗ ਬਿਰਾੜ ਬਹੁਤ ਖਟ ਆਏ, ਇੱਕ ਸੋਟੀ ਕੋ ਪੀ ਸੰਗ ਲਿਆਏ। ਔਰ ਜਿਹੜੇ ਵਿਰਾੜ ਸਨ ਡੱਲੇ ਦੇ ਸਾਥੀ, ਉਹ ਵੀ ਨਾਲ ਮੁੜ ਆਏ। ਤੇ ਜਿਹੜਾ ਸੋਢੀਆਂ ਦਾ ਇੱਕ ਸਾਥੀ ਸਤਿਗੁਰਾਂ ਦੇ ਨਾਲ ਗਿਆ ਸੀ, ਉਹਨੂੰ ਵੀ ਮੋੜ ਲਿਆਂਦਾ ਹੈ ਜੀ। ਜਾਮ ਜਾਮਣੀ ਤੇ ਪ੍ਰਭ ਜਾਗੇ, ਸੋਚ ਇਸ਼ਨਾਨ ਕਰਨ ਕੋ ਲਾਗੇ। ਔਰ ਸਤਿਗੁਰੂ ਪਾਤਸ਼ਾਹ ਬੇਪਰਵਾਹ ਸਦਾ ਰੰਗ ਹਰਕੈ, ਜਾਂ ਕੋ ਪਾਖ ਸੁਆਮੀ। ਜਿਨ੍ਹਾਂ ਦੇ ਨਾਲ ਪਰਮੇਸ਼ਰ ਹੈ ਉਹਨਾਂ ਨੂੰ ਕਿਸੇ ਦੀ ਕੀ ਪਰਵਾਹ ਹੈ। ਸਤਿਗੁਰਾਂ ਨੇ ਜੋ ਕੀਤਾ ਹੈ ਸੰਸਾਰ ਦੇ ਭਲੇ ਵਾਸਤੇ ਕੀਤਾ ਹੈ। ਭਾਵੇਂ ਕਿ ਆਪਣਾ ਸਾਰਾ ਸਰਵੰਸ ਵੀ ਵਾਰ ਦਿੱਤਾ। ਪੰਥ ਵਸੇ ਮੈਂ ਉਜਣਾ, ਮਨ ਚਾਓ ਘਨੇਰਾ ਦੇ ਮਹਾਂਵਾਕ ਅਨੁਸਾਰ। ਸਤਿਗੁਰਾਂ ਨੇ ਸਾਡੇ ਭਲੇ ਲਈ ਸਭ ਕੁਝ ਕੀਤਾ, ਪਰ ਉਸ ਵੇਲੇ ਸਤਿਗੁਰਾਂ ਨੂੰ ਕਿਸੇ ਨੇ ਸਮਝਿਆ ਨਹੀਂ। ਚਾਰ ਕਰੀ ਕੇ ਅੰਮ੍ਰਿਤ ਵੇਲੇ, ਬਸਤਰ ਸ਼ਸਤਰ ਪਹਿਰੀ ਸਭ ਲੈ ਲੇ। ਪਹਿਰ ਰਾਤ ਰਹਿੰਦੀ ਸਤਿਗੁਰੂ ਜਾਗੇ ਹਨ, ਸ਼ੌਚ ਇਸ਼ਨਾਨ ਕੀਤਾ ਹੈ। 4 ਘੜੀਆਂ ਰਹਿੰਦੇ ਅੰਮ੍ਰਿਤ ਵੇਲੇ ਫਿਰ ਪਾਤਸ਼ਾਹ ਜੀ ਨੇ ਬਸਤਰ ਸ਼ਸਤਰ ਪਹਿਨੇ। ਭਾਵ ਪਹਿਰ ਰਾਤ ਰਹਿੰਦੇ ਸਤਿਗੁਰੂ ਉੱਠਦੇ ਆ ਤੇ ਆਪਣੇ ਨਿਜ ਸਰੂਪ ਨਾਲ ਜੁੜਨਾ ਕਰਦੇ ਆ, ਚਾਦਰ ਵਗੈਰਾ ਦੀ ਗਲਾਤਰੀ ਮਾਰ ਕੇ। ਤੇ ਜਦੋਂ ਚੱਲਣਾ ਹੁੰਦਾ ਫਿਰ ਸਾਰੀ ਤਿਆਰੀ ਕਰਦੇ ਆ, ਦਸਤਾਰ ਸਜਾਉਂਦੇ ਹੈ, ਸ਼ਸਤਰ ਬਸਤਰ ਪਹਿਨ ਕਰਕੇ ਤਿਆਰ ਹੋ ਗਏ ਜੀ। ਬਾਹਰ ਕਹਿਓ ਡਲ ਸਿੰਘ ਕੋ ਲਿਆਵੋ, ਹਮ ਡਿਗ ਬੈਠੀ ਜਾਏ ਸੁਨਾਵੋ। ਔਰ ਫਿਰ ਕਹਿੰਦੇ ਸਿੱਖੋ ਭਾਈ ਡੱਲੇ ਨੂੰ ਬੁਲਾਓ, ਡਲ ਸਿੰਘ ਕਿੱਥੇ ਹੈ, ਉਹਨੂੰ ਲਿਆਓ ਮੇਰੇ ਕੋਲ। ਦਲ ਮੇ ਰਹੇ ਬੇਨਵਾ ਏਕ, ਹਿਤ ਦਰਸ਼ਨ ਕੀ ਜਲਦ ਬਬੇਕ। ਇੱਕ ਫਕੀਰ ਜਿਹੜਾ ਸਤਿਗੁਰਾਂ ਦੇ ਨਾਲ ਬੜਾ ਪਿਆਰ ਕਰਦਾ ਸੀ, ਬੇਨਵਾ ਫਕੀਰ ਹੈ, ਇਹ ਵੀ ਡੇਰੇ ਦੇ ਨਾਲ ਨਾਲ ਚੱਲ ਰਿਹਾ ਸੀ। ਜਦੋਂ ਸਤਿਗੁਰਾਂ ਦਾ ਆਵਾਜ਼ਾ ਇਸ ਬੇਨਵੇ ਫਕੀਰ ਨੇ ਸੁਣਿਆ, ਦੇਤ ਪ੍ਰਦਛਨਾ ਜਬ ਪਜ ਗਏ ਹੋ, ਨੀਕੀ ਰੀਤ ਨਿਹਾਰਤ ਪਿਓ। ਔਰ ਇਸ ਨੇ
ਡੱਲੇ ਨੂੰ ਸਤਿਗੁਰਾਂ ਨੂੰ ਪ੍ਰਕਰਮਾ ਕਰਕੇ ਜਾਂਦਿਆਂ ਦੇਖਿਆ ਸੀ। ਤਿਨ ਗੁਰ ਸਨਮੁਖ ਗਿਰਾ ਉਚਾਰੀ, ਕਿਤ ਦਰਬਾਰੀ ਕਿਤ ਘਰ ਬਾਰੀ। ਔਰ ਕਹਿਣ ਲੱਗਿਆ ਮਹਾਰਾਜ ਇੱਥੇ ਕਿਹੜਾ ਦਰਬਾਰੀ ਤੇ ਕਿਹੜਾ ਘਰਵਾਰੀ ਹੈ। ਡੱਲਾ ਕਹਾ ਨਿਮੱਲਾ ਮੱਲਾ, ਰਹਿਓ ਸੰਗ ਅੱਲਾ ਹੀ ਅੱਲਾ। ਨਾ ਇੱਥੇ ਡੱਲਾ ਨਾ ਕੋਈ ਮੱਲਾ, ਬਸ ਅੱਲਾ ਹੀ ਅੱਲਾ ਰਹਿ ਗਿਆ, ਭਾਵ ਤੁਸੀਂ ਹੀ ਰਹਿ ਗਏ ਹੋ। ਕੈਸਿਕ ਕਪਟੀ ਬੇਖ ਕੋਟਾਲੀ, ਅੰਤ ਸਮੇਂ ਨਿਭੈ ਨੈ ਨਾਲੀ। ਕਹਿਣ ਲੱਗਿਆ ਇਹ ਕਪਟੀ ਛਲਫਰੇ ਵਾਲੇ ਸਿੱਖ ਹਨ ਜਿਹੜੇ ਤੁਹਾਡੇ ਨਾਲ ਅੰਤ ਤੱਕ ਨਹੀਂ ਨਿਭ ਸਕਦੇ। ਤਿਉਹੀ ਡੱਲਾ ਕੂੜ ਕੋ ਚੱਲਾ, ਰਹਿਓ ਏਕ ਅੱਲਾ ਹੀ ਅੱਲਾ। ਇਸੇ ਤਰ੍ਹਾਂ ਹੀ ਅੱਜ ਡੱਲਾ ਆਪਣਾ ਅਸਲੀਅਤ ਵਿਖਾ ਗਿਆ ਹੈ। ਡੱਲਾ ਕੁਚੱਲਾ ਕੁਚਾਲ ਚੱਲ ਕੇ ਭਾਵ ਬਿਨਾਂ ਦੱਸੇ ਰਾਤ ਨੂੰ ਚੋਰੀਓਂ ਭੱਜ ਗਿਆ ਹੈ। ਬਸ ਤੁਹਾਡੇ ਨਾਲ ਤਾਂ ਇੱਕ ਅੱਲਾ ਹੀ ਅੱਲਾ ਹੈ। ਨਿਭੈ ਕੂੜ ਨਾ ਸੱਚ ਅਗਾਰੀ, ਫਸੇ ਮੋਹ ਸੁਤ ਬੰਧਪ ਨਾਰੀ। ਔਰ ਮਹਾਰਾਜ ਜਿੱਥੇ ਸੱਚ ਹੈ ਉੱਥੇ ਕੂੜ ਨਹੀਂ ਨਿਭ ਸਕਦਾ। ਇਹ ਸੰਸਾਰੀ ਲੋਕ ਤਾਂ ਸੰਸਾਰ ਦੇ ਮੋਹ ਵਿੱਚ ਫਸੇ ਹੋਏ ਹਨ। ਭਾਗਿਓ ਡੱਲਾ ਤਾਉ ਨਾ ਚੱਲਾ, ਸੰਗ ਰਹਿਓ ਅੱਲਾ ਹੀ ਅੱਲਾ। ਮਹਾਰਾਜ ਡੱਲਾ ਤੁਹਾਡੇ ਤਾਉ ਨੂੰ ਭਾਵ ਤੁਹਾਡੀ ਪ੍ਰੀਖਿਆ ਨੂੰ ਝੱਲ ਨਹੀਂ ਸਕਿਆ, ਤੁਹਾਡੀ ਬਖਸ਼ਿਸ਼ ਨੂੰ ਸੰਭਾਲ ਨਹੀਂ ਸਕਿਆ, ਉਹ ਚਲਿਆ ਗਿਆ। ਹੁਣ ਤਾਂ ਬਸ ਅੱਲਾ ਹੀ ਆ ਆਪਣੇ ਨਾਲ। ਸੁਨ ਗੁਰ ਕਹਿਓ ਜਾਹੋ ਵੇ ਡੱਲਾ, ਆਪੇ ਭਾਗਿਓ ਉਰਥਰ ਥੱਲਾ। ਔਰ ਪਾਤਸ਼ਾਹ ਕਹਿੰਦੇ ਜਾ ਓਏ ਡੱਲਿਆ, ਤੂੰ ਆਪੇ ਭੱਜ ਗਿਆ, ਤੇਰੇ ਹਿਰਦੇ ਵਿੱਚ ਥਰਥੱਲੀ ਮੱਚ ਗਈ ਹੈ, ਭਾਵ ਤੇਰਾ ਧੀਰਜ ਟੁੱਟ ਗਿਆ। ਮਾਗਤ ਰਹਿਤ ਸਦਾ ਥਲ ਤੀਰ, ਕਹਾਂ ਭਰੀ ਤੇਰੇ ਪਰ ਭੀਰ। ਔਰ ਤੂੰ ਤਾਂ ਸਾਨੂੰ ਹਮੇਸ਼ਾ ਕਹਿੰਦਾ ਸੀ ਜੀ ਚਰਨਾਂ ਵਿੱਚ ਬੈਠਣ ਜੋਗੀ ਜਗ੍ਹਾ ਦੇਹੋ, ਤੇ ਹੁਣ ਤੇਰੇ ਤੇ ਕੀ ਭੀੜ ਪੈ ਗਈ ਹੈ, ਤੂੰ ਭੱਜ ਗਿਆ ਇਕ ਹੈ। ਦਿਸ਼ ਦੇਖਤ ਪ੍ਰਭੂ ਉਚਾਰਾ, ਇਤੇ ਕੌਣ ਸੇ ਕੀ ਅਸਤਿਆਰਾ। ਔਰ ਫਿਰ ਸਤਿਗੁਰੂ ਦੂਜੇ ਪਾਸੇ ਆਵਾਜ਼ ਮਾਰੀ, ਦੇਖਿਆ ਇੱਕ ਮਨੁੱਖ ਬੈਠਾ ਹੈ। ਕਹਿੰਦੇ ਉਹ ਕੌਣ ਬੈਠਾ ਹੈ। ਸਿੰਘਮ ਜਲ ਅਫੀਮੀ ਏਕ, ਸੁਨ ਬੋਲਿਓ ਸੰਗ ਜਲਦ ਬਬੀਕ। ਔਰ ਉਧਰ ਇੱਕ ਮਾਝੇ ਦਾ ਸਿੱਖ ਬੈਠਾ ਸੀ, ਔਰ ਉਸਨੇ ਜਦ ਆਵਾਜ਼ ਸੁਣੀ ਆ ਕਹਿੰਦਾ ਸਭ ਮਲ ਬਈ ਭਾਜ ਕੇ ਗਏ, ਮਾਝੇ ਕੇ ਮਾੜੇ ਥਿਰ ਥਏ। ਕਹਿਣ ਲੱਗਿਆ ਮਹਾਰਾਜ ਸਾਰੇ ਮਲਵਈ ਵੀ ਭੱਜ ਗਏ ਹਨ ਤੇ ਕੱਲੇ ਮਾਝੇ ਵਾਲੇ ਹੀ ਰਹਿ ਗਏ ਹਨ। ਇਹੋ ਗੁਰੂ ਮਜੈਲ ਨਹਿ ਮਾੜੇ, ਦੇਸ਼ ਮਾਲਵੇ ਕੇ ਹੋਏ ਲਾੜੇ। ਉਹ ਵੀ ਮੇਰੇ ਵਰਗੇ ਮਾੜੇ ਜਿਹੜੇ ਭੱਜ ਨਹੀਂ ਸਕਦੇ ਉਹ ਰਹਿ ਗਏ ਤੁਹਾਡੇ ਚਰਨਾਂ ਵਿੱਚ। ਮਾਝੇ ਵਾਲੇ ਤੇ ਮਾਲਵੇ ਵਾਲੇ ਜਿਹੜੇ ਹਨ ਉਹ ਚਲੇ ਗਏ। ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰੂ ਮਝੈਲ ਨਹੀਂ ਮਾੜੇ, ਕਹਿੰਦੇ ਇਹ ਮਝੈਲ ਮਾੜੇ ਨਹੀਂ ਆ, ਇਹ ਤਾਂ ਮਾਲਵੇ ਦੇ ਵੀ ਲਾੜੇ ਆ। ਬਾਹਰ ਚੜਨ ਤਿਆਰੀ ਕਰਵਾਈ, ਜੀਨ ਪਾਏ ਹੈ ਲੀਨ ਅਨਾਈ। ਔਰ ਫਿਰ ਸਤਿਗੁਰਾਂ ਨੇ ਇੱਥੋਂ ਚਾਲੇ ਪਾਏ ਹਨ, ਘੋੜਿਆਂ ਤੇ ਕਾਠੀਆਂ ਪਾਈਆਂ ਗਈਆਂ ਜੀ। ਗਏ ਕੋਸ਼ ਦਵਾਦਸ਼ ਕੇ ਡੇਰਾ, ਨਹਰ ਨਗਰ ਬਸੇ ਬਹੁ ਤੇਰਾ। ਔਰ ਇੱਥੋਂ ਸਤਿਗੁਰੂ ਪਾਤਸ਼ਾਹ ਜੀ 12 ਕੋਹ ਤੇ ਨਹੌਰ ਚਲੇ ਗਏ ਹਨ। ਸੈਨਾ ਸਹਿਤ ਵਹੀਰ ਬਿਸਾਲਾ, ਆਨ ਸਿਵਰ ਸਭੂ ਤੈ ਕਾਲਾ। ਔਰ ਫੌਜਾਂ ਸਮੇਤ ਸਤਿਗੁਰਾਂ ਨੇ ਨਹੌਰ ਭਾਦਰੇ ਜਾ ਉਤਾਰਾ ਕੀਤਾ ਜੀ। ਸਤਿਗੁਰ ਬੈਠੇ ਸਹਿਜ ਸੁਪਾਹੀ, ਇੱਕ ਸਿੰਘਪੁਰ ਬੀਚ ਪਠਾਏ। ਔਰ ਸਤਿਗੁਰੂ ਸਹਿਜ ਸੁਭਾਅ ਉੱਥੇ ਬੈਠੇ ਹਨ ਤੇ ਇੱਕ ਆਪਣੇ ਸਿੰਘ ਨੂੰ ਨਗਰ ਨਹੌਰ ਦੇ ਵਿੱਚ ਭੇਜਦੇ ਹਨ। ਕਿਸ਼ਨ ਲਾਲ ਤੇਜੇ ਥਲ ਧਾਮੋ, ਲਿਆਓ ਬੁਲਾਏ ਮੁਝ ਬੇਕਾਮੋ। ਕਹਿਣ ਲੱਗੇ ਸਿੱਖਾ ਜਾ, ਇਸ ਪਿੰਡ ਵਿੱਚ ਇੱਕ ਕਿਸ਼ਨ ਲਾਲ ਨਾਮ ਦਾ ਬ੍ਰਾਹਮਣ ਰਹਿੰਦਾ ਹੈ, ਉਹਨੂੰ ਬੁਲਾ ਕੇ ਲਿਆ। ਜੋਤਿਸ਼ ਵਿਦਿਆ ਬਿਕੇ ਪਰਬੀਨਾ, ਪੂਰਬ ਦਿਸ਼ਪੁਰ ਮੈਂ ਕਰ ਚੀਨਾ। ਉਹ ਸਤਿਗੁਰਾਂ ਦਾ ਪੁਰਾਣਾ ਮਿੱਤਰ ਸੀ, ਗੁਰੂ ਘਰ ਆਉਂਦਾ ਜਾਂਦਾ ਸੀ। ਸਤਿਗੁਰੂ ਪਾਤਸ਼ਾਹ ਕਹਿੰਦੇ ਜਾਓ ਉਹਨੂੰ ਸੱਦ ਕੇ ਲਿਆਓ ਤਾਂ ਕੁਝ ਪੁੱਛਾਂਗੇ ਗੱਲਬਾਤ। ਸੁਨ ਗੁਰ ਤੇ ਤਤ ਚਿਨ ਸਿੱਖ ਗਏ ਹੋ, ਜਾਏ ਜੋਤਿਸ਼ੀ ਲਿਆਵਤ ਪਿਓ। ਤੇ ਇਸ ਪੰਡਿਤ ਕਿਸ਼ਨ ਲਾਲ ਨੂੰ ਸਤਿਗੁਰਾਂ ਦੇ ਕੋਲ ਲੈ ਆਂਦਾ ਹੈ। ਆਸ਼ਿਕ ਬਾਦ ਦੀਨ ਡਿਗ ਬੈਸਾ, ਏਵ ਮਿਲਿਓ ਪੂਰਬ ਮਿਲ ਜੈਸਾ। ਔਰ ਆ ਕੇ ਸਤਿਗੁਰਾਂ ਦੇ ਹਜੂਰ ਨਮਸਕਾਰ ਕਰਕੇ ਕੋਲ ਬੈਠਾ ਜੀ। ਸਤਿਗੁਰ ਭਾਖਿਓ ਪ੍ਰਸ਼ਨ ਪਛਾਨੋ, ਕਿਮੋ ਬੁਲਾਇਓ ਜਾਨ ਬਖਾਨੋ। ਔਰ ਇਉਂ ਮਿਲਿਆ ਜਿਵੇਂ ਪਹਿਲਾਂ ਵੀ ਮਿਲਿਆ ਹੋਵੇ, ਭਾਵ ਮਿਲਿਆ ਸੀ ਸਤਿਗੁਰਾਂ ਨੇ ਤਾਈਓ ਤਾਂ ਬੁਲਾਇਆ। ਸਤਿਗੁਰਾਂ ਦਾ ਪੁਰਾਣਾ ਜਾਣਿਆ ਪਛਾਣਿਆ ਮਨੁੱਖ ਹੈ ਇਹ।
ਔਰ ਨਮਸਕਾਰ ਕਰਕੇ ਬੈਠ ਗਿਆ। ਹਾਂ ਮਹਾਰਾਜ, ਕਿਵੇਂ ਬੁਲਾਉਣਾ ਕੀਤਾ? ਸੁਨ ਪ੍ਰਭ ਤੇ ਦਿਜ ਲਗਨ ਵਿਚਾਰਾ, ਗ੍ਰਹਿ ਨਿਭਲਾ ਬਲ ਕੋ ਨਿਰਤਾਰਾ। ਔਰ ਉਸ ਪੰਡਤ ਦੇ ਕੋਲੋਂ ਸੁਣ ਕਰਕੇ ਪਾਤਸ਼ਾਹ ਕਹਿਣ ਲੱਗੇ, ਤੈਨੂੰ ਅਸੀਂ ਕੁਝ ਪੁੱਛਣਾ ਚਾਹੁੰਦੇ ਹਾਂ। ਭੂਖ ਪ੍ਰਸ਼ਨ ਕੋ ਭਲੀ ਪਛਾਨਾ, ਪੁਨ ਸਤਿਗੁਰ ਕੀ ਸੰਗ ਬਖਾਨਾ। ਕਹਿੰਦੇ ਸਾਨੂੰ ਦੱਸਣਾ ਕਰ, ਅਸੀਂ ਔਰੰਗਜ਼ੇਬ ਨੂੰ ਮਿਲਣਾ ਹੈ, ਸਾਨੂੰ ਮਿਲ ਜਾਵੇਗਾ ਕਿ? ਰਾਵਰ ਕੀਰ ਮਨੋਰਥ ਜੋਹੂ, ਮਿਲਬੇ ਹਿਤ ਤਰਕੇਸ਼ਰ ਸੋ। ਮੈਨੂੰ ਪਤਾ ਹੈ ਤੁਸੀਂ ਔਰੰਗੇ ਨੂੰ ਮਿਲਣ ਵਾਸਤੇ ਚੱਲੇ ਹੋ। ਪੁਨ ਗੁਰ ਕਹਿਓ ਤਾਹੇ ਸਨ ਮੇਲਾ, ਹੋਏ ਕਿ ਨਹੀਂ ਬਤਾਓ ਸੁਹੀਲਾ। ਹਾਂ ਫਿਰ ਦੱਸ, ਸਾਡਾ ਮਿਲਾਪ ਹੋ ਜਾਵੇਗਾ ਉਹਦੇ ਨਾਲ ਕਿ ਨਹੀਂ? ਸੁਣ ਤਿਜ ਨੇ ਕਰ ਗਣਤ ਵਿਚਾਰਾ, ਗ੍ਰਹਿ ਅਰ ਲਗਨ ਸਕਲ ਨਿਰਤਾਰਾ। ਤੋ ਸਤਿਗੁਰੂ ਪਾਤਸ਼ਾਹ ਜੀ ਨੂੰ ਉਹ ਪੰਡਤ ਕਹਿਣ ਲੱਗਿਆ, ਸ੍ਰੀ ਗੁਰੂ ਤੁਮਰੋ ਮੇਲ ਨਾ ਬਨੈ, ਡਿਗ ਨਾ ਪਹੁੰਚੋ ਤੈ ਮ੍ਰਿਤੂ ਹਨੈ। ਮਹਾਰਾਜ ਮੁਸ਼ਕਲ ਹੀ ਲੱਗਦਾ ਹੈ, ਉਹਦੀ ਮੌਤ ਵੀ ਨੇੜੇ ਹੀ ਲੱਗਦੀ ਆ, ਉਹ ਤੁਹਾਨੂੰ ਨਹੀਂ ਮਿਲਣਾ। ਇਸ ਕੋ ਪੁੱਤਰ ਹੋਏ ਬਹੁ ਦੀਨ, ਮਿਲੇ ਆਪ ਕੋ ਮੈਂ ਮਨ ਚੀਨ। ਉਹਦਾ ਪੁੱਤਰ ਜ਼ਰੂਰ ਤੁਹਾਨੂੰ ਮਿਲੇਗਾ ਨਿਮਾਣਾ ਹੋ ਕੇ। ਸੁਣ ਸਤ ਗੁਰ ਦਿਜ ਕੇ ਬਚ ਸਾਚੇ, ਭਈ ਪ੍ਰਸੰਨ ਕਿਰਪਾ ਰਸ ਰਾਚੇ। ਔਰ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਠੀਕ ਹੈ। ਕਰਿਓ ਬਲੋਕਨ ਤਹਿ ਜਿਸ ਕਾਲਾ, ਕਰ ਦੀਨ ਸੋ ਪ੍ਰਿਪ ਨਿਹਾਲਾ। ਔਰ ਸਤਿਗੁਰੂ ਪਾਤਸ਼ਾਹ ਦਇਆ ਦੇ ਖਜ਼ਾਨੇ ਹਨ, ਉਹਨਾਂ ਨੇ ਇਸ ਗਰੀਬ ਪੰਡਤ ਤੇ ਬੜੀ ਕਿਰਪਾ ਕੀਤੀ ਆ। ਮਹਿਮਾ ਜਾਨ ਪਰਨ ਪਗ ਚਾਹਾ, ਕਰਿਓ ਹਟਾਵਨ ਸ਼੍ਰੀ ਪ੍ਰਭ ਤਾਹਾ। ਸਤਿਗੁਰਾਂ ਦੇ ਪੈਰੀ ਪੈਣ ਲੱਗਿਆ। ਸਤਿਗੁਰੂ ਕਹਿੰਦੇ, ਨਹੀਂ ਪੰਡਤਾ, ਕੋਈ ਨਾ ਪੈਰੀ ਨਾ ਪੈ। ਕਹਿਤ ਪਿਓ ਦਵੈ ਕਰੀ ਦਰਸ ਤੇ, ਕਰਿਓ ਕਿਰਥਾਰ ਮਹਾ ਹਰਸ਼ ਤੇ। ਕਹਿਣ ਲੱਗਿਆ, ਮਹਾਰਾਜ ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ। ਆ 2 ਘੜੀਆਂ ਜੋ ਦਰਸ਼ਨ ਹੋਏ ਜੀ। ਜੈ ਤੁਮ ਮਾਸ ਬਰਸ ਲਗ ਬਾਸੀ, ਤਾਹਾਂ ਹਜ਼ਾਰੋ ਸਮਤ ਪ੍ਰਕਾਸ਼ੇ। ਮੈਨੂੰ 2 ਘੜੀਆਂ ਵਿੱਚ ਇੰਨਾ ਫਲ ਮਿਲ ਗਿਆ, ਆਨੰਦ ਆ ਗਿਆ, ਜਿੱਥੇ ਤੁਸੀਂ ਹਜ਼ਾਰਾਂ ਸਾਲ ਰਹੋਗੇ। ਸੁਨ ਗੁਰ ਕਹਿਓ ਨ ਸ਼ਰਧਾ ਹੋਈ, ਆਤੇ ਪਿਓ ਕਿਰਥਾਰਤ ਕੋਈ। ਉਥੇ ਤਾਂ ਤੁਸੀਂ ਬੇਅੰਤ ਲੋਕਾਂ ਨੂੰ ਬ੍ਰਹਮ ਗਿਆਨੀ ਬਣਾ ਦਿੱਤਾ ਹੋਣਾ, ਬੜਾ ਗਿਆਨ ਬਖਸ਼ ਦਿੱਤਾ ਹੋਣਾ, ਪਰ ਪਾਤਸ਼ਾਹ ਕਹਿੰਦੇ, ਪੰਡਤਾ ਸ਼ਰਧਾ ਬਿਨਾ ਗੱਲ ਨਹੀਂ ਬਣਦੀ। ਇसी बात पर सुनो कहानी, पर जहाज ले सोच महानी। ਤੋ ਇਸੇ ਤਰ੍ਹਾਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰ ਸੁਣਾਉਣਾ ਕੀਤਾ ਕਿ ਇਸ ਵਿਸ਼ੇ ਤੇ ਸ਼ਰਧਾ ਤੋਂ ਬਿਨਾ ਗੱਲ ਨਹੀਂ ਬਣਦੀ। ਜੇ ਸ਼ਰਧਾ ਕੋਈ ਕਰੇ ਤਾਂ ਹੀ ਗੱਲ ਬਣਦੀ ਹੈ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਸੁਣ ਕੇ ਦਿਜ ਆਨੰਦ ਉਰ ਧਾਰਿਓ, ਧੰਨ ਧੰਨ ਸਤਿਗੁਰੂ ਉਚਾਰਿਓ। ਔਰ ਪੰਡਤ ਕਹਿਣ ਲੱਗਿਆ, ਠੀਕ ਹੈ ਮਹਾਰਾਜ, ਵਾਕਿਆ ਹੀ ਬਿਨ ਸ਼ਰਧਾ ਤੋਂ ਗੱਲ ਨਹੀਂ ਬਣਦੀ। ਔਰ ਪੰਡਤ ਬੜਾ ਖੁਸ਼ ਕੀਤਾ, ਸਤਿਗੁਰਾਂ ਨੇ ਆਨੰਦ ਬਖਸ਼ਿਆ ਉਸ ਨੂੰ। ਚਰਨੀ ਪਿਆ ਹੈ ਜੀ। ਆਦ ਛਿਨ ਗਿਆਤ ਪਾਏ ਕਰ ਗਏ ਹੋ, ਗੁਰ ਜਸ ਜੈ ਕੇ ਬਰਨਤ ਪਿਓ। ਸਤਿਗੁਰੂ ਪਾਤਸ਼ਾਹ ਜੀ ਦੀਆਂ ਸਿਫਤਾਂ ਕਰਦਾ ਹੋਇਆ ਇਥੋਂ ਚੱਲ ਪਿਆ। ਮੇਰਾ ਸ਼੍ਰੀ ਸਤਿਗੁਰ ਪੂਰਨ ਪੁਰਖ, ਦੇ ਤਿਜ ਕੋ ਦਿਨਾਰ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਪੰਡਤ ਨੂੰ ਕੁਝ ਮਾਇਆ ਵੀ ਦਿੱਤੀ ਹੈ। ਗੁਰਮਤਿ ਤੇ ਰੁਖਸ਼ਤ ਕਰਿਓ, ਗਮਨਿਓ ਨਗਰ ਮਜਾਰ। ਗੁਰਮਤਿ ਦਾ ਗਿਆਨ ਵੀ ਬਖਸ਼ਿਸ਼ ਕੀਤਾ ਹੈ। ਇਉਂ ਪੰਡਤ ਖੁਸ਼ ਹੋ ਕੇ ਚਲਿਆ ਗਿਆ। ਚੌਪਈ दिन को तृती जाम जब हो, मातक समय पिਓ जब जो। ਤੋ ਪਿਛਲਾ ਪੈਰ ਹੋਇਆ ਤੇ ਸਿੰਘਾਂ ਨੇ ਉਸ ਵੇਲੇ ਫਿਰ ਢੰਡਿਆਈ ਜਿਹੜੀ ਹੈ ਉਹ ਸਜਾਉਣੀ ਕੀਤੀ ਹੈ। ਜਿਵੇਂ ਪਿਛਲੇ ਪੈਰ ਆਪਾਂ ਚਾਹ ਬਣਾਉਣੇ, ਅੱਜ ਕੱਲ੍ਹ ਪੁਰਾਣੇ ਸਮਿਆਂ ਦੇ ਸਿੰਘ ਜਿਹੜੇ ਹਨ ਉਹ ਢੰਡਿਆਈ ਹੀ ਪੀਆ ਕਰਦੇ ਸਨ। ਦੁੱਧ ਦੇ ਵਿੱਚ ਅਨੇਕਾਂ ਟੌਨਕ, ਬਦਾਮ, ਕਾਜੂ ਆਦਿ ਰਗੜ ਕਰਕੇ ਇਹ ਵਸਤੂਆਂ ਪਾ ਕਰਕੇ ਛਕਿਆ ਕਰਦੇ ਸਨ। ਪਿਛਲਾ ਪੈਰ ਹੋਇਆ, ਢੰਡਿਆਈ ਤਿਆਰ ਕੀਤੀ ਹੈ ਅਤੇ ਫਿਰ ਸ਼ੌਚ ਇਸ਼ਨਾਨ ਦੁਆਰੇ ਤਿਆਰ ਹੋਇਆ, ਕਿਉਂਕਿ ਪਿਛਲੇ ਪਹਿਰ ਆਰਾਮ ਕੀਤਾ ਜਾਂਦਾ ਹੈ। ਆਰਾਮ ਕਰਨ ਤੋਂ ਬਾਅਦ ਉੱਠਦੇ ਆ, ਇਸ਼ਨਾਨ ਆਦਿ ਕਰਦੇ ਆ, ਫਿਰ ਢੰਡਿਆਈ ਸਜਾਈ ਗਈ, ਸਭ ਨੇ ਛਕਣੀ ਕੀਤੀ ਹੈ। ਕੇਸ ਸੁਧਾਰ ਜੂੜ ਕੋ ਕਰਿਓ, ਸੁੰਦਰ ਸ਼ਮ ਸੋ ਕੰਗਾ ਫਿਰਿਓ। ਔਰ ਸਤਿਗੁਰਾਂ ਨੇ ਫਿਰ ਕੇਸਾਂ ਦੇ ਵਿੱਚ ਕੰਗਾ ਫੇਰਿਆ ਹੈ ਔਰ ਜੂੜਾ ਕੀਤਾ ਅਤੇ ਸ਼ਮਸ਼
ਦਾੜੇ 'ਚ ਵੀ ਕੰਘਾ ਫੇਰਿਆ ਹੈ। ਏਜ ਬਦੇਜ ਅਨੂਠੇ ਪੱਗ ਹੈ, ਜੀਵਰ ਜੋਤ ਜਵਾਹਰ ਜਗ ਹੈ। ਔਰ ਗੁਰੂ ਪਾਤਸ਼ਾਹ ਜੀ ਨੇ ਸੁੰਦਰ ਦਸਤਾਰ ਪੇਚਾਂ ਦੇ ਨਾਲ ਸਜਾਉਣੀ ਕੀਤੀ ਆ। ਉਸ ਦੇ ਉੱਪਰ ਕਲਗੀ ਜਿਗਾ ਜਿਹਦੇ ਵਿੱਚ ਹੀਰੇ ਜਵਾਹਰਾਤ ਜੜੇ ਹਨ ਉਹ ਸਜਾਈ ਆ। ਪਤ ਸੁਖੰ ਬੋ ਜਾਮਾ ਪਾਇਓ, ਜਿਸਮੇ ਸਭ ਸਰੀਰ ਚਲਕਾਇਓ। ਔਰ ਫਿਰ ਕੀਮਤੀ ਸੁੰਦਰ ਵਸਤਰ ਪਹਿਨੇ ਹਨ ਜਿਨ੍ਹਾਂ ਦੇ ਨਾਲ ਸਰੀਰ ਦੀ ਹੋਰ ਵੀ ਸੁੰਦਰਤਾ ਵੱਧ ਗਈ ਆ। ਖੜਗ ਬਿਲੰਦ ਕਰੇ ਮੈਂ ਧਾਰਾ, ਧਾਰਾ ਖਰ ਲਗ ਹੇਮ ਸੁਦਾਰਾ। ਔਰ ਫਿਰ ਸਤਿਗੁਰੂ ਪਾਤਸ਼ਾਹ ਜੀ ਨੇ 3 ਫੁੱਟੀ ਸ਼ਾਸਤਰ ਤਲਵਾਰ ਜਿਹੜੀ ਹੈ ਉਹ ਗਾਤਰੇ ਪਾਈ ਹੈ। ਔਰ ਤੀਰਾਂ ਦੇ ਨਾਲ ਭਰਿਆ ਹੋਇਆ ਪੱਥਾ ਜਿਹੜਾ ਹੈ ਉਹ ਮੋਢੇ ਤੇ ਪਾਇਆ ਹੈ। ਭਰਿਓ ਖਤੰਗਨ ਸੰਗ ਨਿਖੰਗ, ਕਟ ਸੋ ਕਸਿਓ ਸੋ ਲਾਇਕ ਜੰਗ। ਔਰ ਗੁਰੂ ਪਿਆਰਿਓ ਸਤਿਗੁਰੂ ਪਾਤਸ਼ਾਹ ਜੀ ਨੇ ਤੀਰਾਂ ਦਾ ਭਰਿਆ ਹੋਇਆ ਪੱਥਾ ਜਿਹੜਾ ਹੈ ਉਹ ਆਪਣੇ ਗਲੇ ਪਾਇਆ ਹੈ ਤੇ ਆਪਣਾ ਕਮਰ ਕਸਾ ਕੀਤਾ ਉੱਪਰੋਂ। ਤਨੁਕ ਕਠੋਰ ਹਾਥ ਮੇ ਲਿਓ, ਤਿਆਰ ਤੁਰੰਗ ਅਨਾਬਨ ਕੀਓ। ਔਰ ਆਪਣਾ ਪਵਿੱਤਰ ਧਨੁਖ ਆਪਣੇ ਹੱਥ ਵਿੱਚ ਫੜਿਆ ਹੈ ਤੇ ਸਿੰਘਾਂ ਨੂੰ ਕਹਿੰਦੇ ਲਿਆਓ ਵੀ ਘੋੜਾ। ਲਾਹੌਰ ਨਗਰ ਕੇ ਹੀਰਨ ਹੀਤ, ਗਮਨੇ ਸਤਿਗੁਰ ਬਨੇ ਸੁਚੀਤ। ਔਰ ਸਤਿਗੁਰੂ ਘੋੜੇ ਤੇ ਸਵਾਰ ਹੋ ਗਏ ਤੇ ਨਾਲ ਸਿੰਘ ਚੱਲ ਪਏ। ਕਹਿੰਦੇ ਚਲੋ ਵੀ ਸ਼ਹਿਰ ਦੇਖ ਕੇ ਆਉਣੇ ਆ ਕਿੱਦਾਂ ਦਾ। ਕੀਰਤਕ ਸਿੰਘ ਪਦਾਤੀ ਸਾਥ, ਜਾਏ ਪ੍ਰਵੇਸ਼ੇ ਪੁਰਬੇ ਨਾਥ। ਸਤਿਗੁਰੂ ਘੋੜੇ ਤੇ ਬਿਰਾਜਮਾਨ ਹਨ ਤੇ ਸਿੰਘ ਜਿਹੜੇ ਹਨ ਉਹਨਾਂ ਦੇ ਨਾਲ ਨਾਲ ਪੈਦਲ ਚੱਲ ਪਏ। ਪੂਰਬ ਜੈ ਚਬੂਤਰਾ ਚੌਰਾ, ਤਹਿ ਪਹੁੰਚੇ ਸੋਢੀ ਸਿਰ ਮੋਰਾ। ਔਰ ਇਸ ਨਗਰ ਦੇ ਵਿੱਚ ਇੱਕ ਚਬੂਤਰਾ ਬਣਿਆ ਹੋਇਆ, ਥੜਾ ਬਣਿਆ ਹੋਇਆ ਚੌੜਾ, ਭਾਵ ਵੱਡਾ ਸਾਰਾ ਇੱਕ ਥੜਾ ਬਣਿਆ ਹੋਇਆ, ਉੱਥੇ ਪਹੁੰਚਦੇ ਹਨ। ਉੱਚ ਸੋਪਾਨ ਉਚੇਰੋ ਥਾਨ, ਉੱਪਰ ਦਿਓ ਚੜੇ ਕੇ ਕਾਨ। ਸਤਿਗੁਰੂ ਪਾਤਸ਼ਾਹ ਜੀ ਨੇ ਉਸ ਚਬੂਤਰੇ ਨੂੰ ਲੱਗੀਆਂ ਹੋਈਆਂ ਪੌੜੀਆਂ ਦੇ ਰਾਹੀਂ ਘੋੜੇ ਨੂੰ ਉਸ ਥੜੇ ਤੇ ਚੜਾ ਦਿੱਤਾ ਹੈ। ਫਲ ਉੱਚੇ ਚੜ ਕਰ ਥਿਰ ਥਹੇ, ਦੂਰ ਦੂਰ ਲਗ ਦੇਖਤ ਪਏ। ਔਰ ਉੱਚੇ ਥੜੇ ਤੇ ਚੜ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਫਿਰ ਆਸੇ ਪਾਸੇ ਦੂਰ ਦੂਰ ਤੱਕ ਦੇਖਣ ਲੱਗੇ ਜੀ। ਦਾਸ ਸੁਰਾਹੀ ਤਾਰ ਤਰੇ ਤੇ, ਚੜਿਓ ਧਾਏ ਕਰ ਬੇਗ ਤਰੇ ਤੇ। ਔਰ ਇਸੇ ਤਰ੍ਹਾਂ ਹੀ ਜਲ ਦੀ ਸੁਰਾਹੀ ਰੱਖਣ ਵਾਲਾ ਦਾਸ ਥੱਲੇ ਤੋਂ ਭੱਜ ਕੇ ਬੜੀ ਛੇਤੀ ਨਾਲ ਉੱਪਰ ਚੜ੍ਹਿਆ। ਪਹੁੰਚੋ ਚਾਹੇ ਗੁਰੂ ਕੀ ਪਾਸ, ਪਗ ਸੋ ਦਰਿਓ ਕਬੂਤਰ ਨਾਸ। ਇੱਕ ਸਿੰਘ ਵੀ ਮਗਰ ਗਿਆ ਉਹ ਥੜੇ ਤੇ ਚੜ੍ਹਨ ਵਾਸਤੇ ਤੇਜ਼ੀ ਦੇ ਨਾਲ। ਤੇ ਉੱਥੇ ਗੁਰੂ ਪਿਆਰੂ ਦਾਣੇ ਪਾਇਆ ਕਰਦੇ ਸੀ ਕਬੂਤਰਾਂ ਨੂੰ, ਜਿਵੇਂ ਆਪਣੇ ਇੱਥੇ ਕਬੂਤਰ ਬੈਠੇ ਰਹਿੰਦੇ ਆ। ਕਬੂਤਰ ਦਾ ਸੁਭਾਅ ਹੈ ਛੇਤੀ ਡਰ ਕੇ ਉੱਡਦਾ ਨਹੀਂ, ਦਾਣਾ ਚੁਗਦਾ ਹੋਇਆ ਇਹ। ਉਹ ਸਿੰਘ ਕਹਿੰਦੇ ਪਾਣੀ ਲੈ ਕੇ ਸਤਿਗੁਰਾਂ ਵੱਲ ਜਾਣ ਲੱਗਿਆ ਤੇ ਉਹਦੇ ਪੈਰ ਦੇ ਹੇਠਾਂ ਇੱਕ ਕਬੂਤਰ ਆ ਗਿਆ। ਨਰ ਗਨ ਬੈਠੇ ਰਿਸਠਾਨੀ, ਕਹਾਂ ਕਰਮ ਤੇ ਕੀਨ ਬਖਾਨੀ। ਔਰ ਗੁਰੂ ਪਿਆਰਿਓ ਜਿਹੜੇ ਉੱਥੋਂ ਦੇ ਰਹਿਣ ਵਾਲੇ ਲੋਕ ਸੀ ਤੇ ਉਹਨਾਂ ਨੇ ਰੌਲਾ ਪਾਤਾ, ਇਹ ਤੂੰ ਕੀ ਕੀਤਾ, ਇਹ ਤਾਂ ਬਹੁਤ ਮਾੜਾ ਕਰਮ ਹੋ ਗਿਆ ਹੈ। ਰਹੇ ਚਬੂਤਰੇ ਤਾਮ ਕਬੂਤਰ, ਹਤਿਓ ਪਿਖੇ ਬਿਨ ਦਿਓ ਕਬੂਤਰ। ਇਸ ਚਬੂਤਰੇ ਤੇ ਕਬੂਤਰ ਬੈਠਦੇ ਹਨ, ਤੁਸੀਂ ਪਹਿਲਾਂ ਘੋੜਾ ਚੜਾ ਦਿੱਤਾ ਤੇ ਹੁਣ ਚੜ੍ਹਦਿਆਂ ਹੋਇਆਂ ਇੱਕ ਕਬੂਤਰ ਮਾਰ ਦਿੱਤਾ ਹੈ। ਇਹ ਚੌਂਤਰਾ ਤਾਂ ਅਸੀਂ ਕਬੂਤਰਾਂ ਵਾਸਤੇ ਬਣਾਇਆ ਹੈ। ਸਤਿਗੁਰ ਕਹਿਓ ਕਹਾਂ ਹੋਏ ਗਿਓ, ਬਿਨ ਸਿਨ ਕੋ ਸਗਰੇ ਤਨ ਕਿਓ। ਲੋਕ ਰੌਲਾ ਪਾਉਣ ਲੱਗੇ ਪਾਪ ਹੋ ਗਿਆ, ਇਹ ਤਾਂ ਪਾਪ ਹੋ ਗਿਆ। ਪਾਤਸ਼ਾਹ ਕਹਿੰਦੇ ਫਿਰ ਕੀ ਹੋ ਗਿਆ, ਇਹ ਤਾਂ ਸਭ ਨੇ ਮਰਨਾ ਹੈ। ਏਕ ਮਰੇ ਤੇ ਅਚਰਜ ਕਹਾ, ਹੋਨਹਾਰ ਪਰ ਰਿਸ ਕਿਆ ਕਲਹਾ। ਕਹਿਣ ਲੱਗੇ ਹੋਣੀ ਤੇ ਕਾਹਦਾ ਗੁੱਸਾ, ਇਹਦੀ ਆ ਗਈ ਹੋਣੀ ਆ, ਇਹਦੀ ਮੌਤ ਆ ਗਈ ਹੋਣੀ ਆ, ਇੰਨਾ ਗੁੱਸਾ ਕਰਨ ਦੀ ਵੀ ਕਿਹੜੀ ਲੋੜ ਹੈ, ਹੋਣੀ ਤੇ ਕੋਈ ਗੁੱਸਾ ਨਹੀਂ ਕਰ ਸਕਦਾ। ਸਭ ਬੋਲੇ ਭਲ ਤੁਮ ਆਏ, ਸਰਬ ਕਬੂਤਰ ਦਿਓ ਮਰਾਏ। ਤਾਂ ਉਹ ਸਾਰੇ ਫਿਰ ਪੈ ਕਹਿਣ ਲੱਗੇ ਉੱਚੀ ਬੋਲ ਕੇ, ਤੁਸੀਂ ਚੰਗੇ ਆਏ ਸਾਡੇ ਪਿੰਡ ਵਿੱਚ, ਐਂ ਤਾਂ ਸਾਰੇ ਕਬੂਤਰ ਮਾਰ ਦਿਓਗੇ। ਸੁਣ ਗੁਰ ਕਹਿਓ ਜੀ ਅਸਮਨ ਆਈ, ਮਰੇ ਕਬੂਤਰ ਅਬ ਸਮਦਾਈ। ਕਹਿੰਦੇ ਚੰਗਾ ਭਾਈ ਜੇ ਤੁਹਾਡੇ ਦਿਮਾਗ 'ਚ ਇਹੀ ਹੈ ਤੇ ਫਿਰ ਸਾਰੇ ਮਰ ਜਾਣਗੇ। ਬਚਨ ਗੁਰੂ ਕੇ ਕਹਿਨੇ ਕਰਕੇ, ਜਿਤੇ ਕਬੂਤਰ ਗਿਰੇ ਸੋ ਮਰ ਕੇ। ਬਾਦਸ਼ਾਹ ਨੇ ਇੰਨਾ ਬਚਨ ਕੀਤਾ ਤੇ ਸਾਰੇ ਕਬੂਤਰ ਟੇਢੇ ਪੈ ਗਏ, ਭਾਵ ਮਰ ਗਏ ਸਾਰੇ। ਉੱਤੇ ਹਜ਼ਾਰੋਂ ਕੀਰਨ ਥਾਨ, ਹੀਰ ਹੀਰ ਨਰ ਭਏ ਹੈਰਾਨ। ਔਰ ਹਜ਼ਾਰਾਂ
ਹਜ਼ਾਰਾਂ ਕਬੂਤਰ ਦਾਣਾ ਚੁਗਦੇ ਸੀ। ਉਹ ਚੌਂਤਰਾ ਵੱਡਾ ਸਾਰਾ ਕਬੂਤਰਾਂ ਵਾਸਤੇ ਬਣਾਇਆ ਸੀਗਾ। ਕਹਿੰਦੇ ਹਜ਼ਾਰਾਂ ਕਬੂਤਰ ਉੱਥੇ ਬੈਠਦੇ ਸੀ। ਸਾਰੇ ਜਦੋਂ ਡਿੱਗ ਪਏ ਮਰ ਗਏ ਤਾਂ ਰੌਲਾ ਪਾਉਣ ਲੱਗੇ, ਕਹਿੰਦੇ ਇਹ ਕੀ ਕਰਤਾ। ਅਜ ਮਤ ਜੁਤ ਪੁਰਖ ਵਿਸਾਲੇ, ਕਰੀ ਬਾਕ ਤੇ ਖਗ ਹੱਥ ਜਾਲੇ। ਤੇ ਨਾਲੇ ਕਹਿਣ ਲੱਗੇ ਇਹਦੇ ਵਿੱਚ ਤਾਂ ਕੋਈ ਕਰਾਮਾਤ ਹੈ ਯਾਰ, ਇਹਦੇ ਬਚਨਾਂ ਵਿੱਚ ਸਿੱਧੀ ਹੈ। ਦੇਖੋ ਇਹਨੇ ਬਚਨ ਕੀਤਾ ਤੇ ਸਾਰੇ ਕਬੂਤਰ ਮਾਰ ਦਿੱਤੇ। ਉਠ ਉਠ ਕਰ ਪਗ ਬੰਧਨ ਕਰੇ, ਛਿਮ ਪੂਲ ਪ੍ਰਤਕੂਲ ਜੇ ਉਚਰੇ। ਔਰ ਫਿਰ ਆ ਕੇ ਪਾਤਸ਼ਾਹ ਜੀ ਦੇ ਪੈਰੀਂ ਪੈਂਦੇ ਆ, ਮਹਾਰਾਜ ਗਲਤੀ ਹੋ ਗਈ, ਮਾਫ ਕਰ ਦਿਓ। ਰਾਵਣ ਕੋ ਪ੍ਰਤਾਪ ਨਹਿ ਜਾਣਾ, ਅਬ ਜਾਣਾ ਜਬ ਬਾਕ ਬਖਾਨਾ। ਪਹਿਲਾਂ ਸਾਨੂੰ ਤੁਹਾਡੇ ਪ੍ਰਤਾਪ ਦਾ ਪਤਾ ਨਹੀਂ ਸੀਗਾ, ਹੁਣ ਪਤਾ ਲੱਗਿਆ ਜਦੋਂ ਤੁਹਾਡੇ ਕਹਿਣ ਦੇ ਨਾਲ ਸਾਰੇ ਕਬੂਤਰ ਮਰ ਗਏ ਹਨ। ਮਰੇ ਕਬੂਤਰ ਦਿਓ ਜਿਵਾਏ, ਕਰੇ ਅਵਗਿਆ ਅਪਰ ਨ ਕਾਏ। ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ, ਮਹਾਰਾਜ ਕਿਰਪਾ ਕਰਕੇ ਇਹਨਾਂ ਨੂੰ ਜਿਉਂਦੇ ਕਰ ਦਿਓ। ਸੁਨ ਬੇਨਤੀ ਕਰ ਕਿਰਪਾ ਉਚਾਰੀ, ਪਾਵੋ ਚੋਗ ਜੀਵ ਹੈ ਸਾਰੇ। ਪਾਤਸ਼ਾਹ ਕਹਿੰਦੇ ਜਿਉਂ ਪੈਣਗੇ ਇਹਨਾਂ ਨੂੰ ਚੋਗਾ ਤਾਂ ਲਿਆ ਕੇ ਪਾਓ, ਪਹਿਲਾਂ ਆਪੇ ਉੱਠ ਖੜਨਗੇ। ਨਾਨੇ ਆਨ ਬਕੀਰਨ ਕਰੇ, ਉਠ ਪਾਰਾ ਬਾਤ ਜੀਵਨ ਧਰੇ। ਔਰ ਉਹਨਾਂ ਨੇ ਲਿਆ ਕੇ ਜਿਉਂ ਹੀ ਥੜੇ ਤੇ ਦੁਬਾਰਾ ਦਾਣਾ ਖੰਡਿਆਇਆ ਤੇ ਕਬੂਤਰ ਉੱਠ ਕੇ ਦਾਣਾ ਚੁਗਣ ਲੱਗੇ। ਬੀਨ ਬੀਨ ਜੋਗਾ ਨਿਜ ਖਾਵੈ, ਹੀਰ ਹੀਰ ਸਗਰੇ ਬਿਸਮਾਵੈ। ਸਾਰੇ ਹੈਰਾਨ ਹੋ ਗਏ, ਯਾਰ ਇਹ ਤਾਂ ਬਚਨਾਂ ਵਿੱਚ ਬੜੀ ਸਿੱਧੀ ਹੈ, ਤਾਂ ਕੋਈ ਬਹੁਤ ਵੱਡਾ ਮਹਾਂਪੁਰਖ ਹੈ, ਤਾਕਤ ਦਾ ਮਾਲਕ ਹੈ। ਦੇਖੋ ਪਹਿਲਾਂ ਇਹਦੇ ਬਚਨ ਨਾਲ ਮਰ ਗਏ, ਹੁਣ ਇਹਦੇ ਬਚਨ ਨਾਲ ਜਿਉਂਦੇ ਵੀ ਹੋ ਗਏ। ਔਰ ਸਾਰੇ ਕਬੂਤਰਾਂ ਨੂੰ ਵੇਖ ਕੇ ਖੁਸ਼ ਹੋਏ। ਸਿੱਖ ਕੇ ਪੈਰਨ ਤੇ ਜੋ ਮਰਿਓ, ਸੋਨੇ ਜਿਉ ਰਹਿਓ ਤਰ ਪਰਿਓ। ਬਾਕੀ ਸਾਰੇ ਜਿਉਂਦੇ ਹੋ ਗਏ, ਪਰ ਇੱਕ ਕਬੂਤਰ ਜਿਹੜਾ ਪੈਰ ਥੱਲੇ ਆ ਕੇ ਮਰਿਆ ਸੀ ਨਾ, ਉਹ ਜਿਉਂਦਾ ਨਹੀਂ ਹੋਇਆ। ਇਸ ਕੋ ਦੇਖਤ ਬਾਹਰ ਉਚਾਰੇ, ਇਸ ਪਰ ਕਿਉਂ ਨਾ ਕਿਰਪਾ ਨਿਜ ਧਾਰੇ। ਔਰ ਕਹਿੰਦੇ ਮਹਾਰਾਜ ਫਿਰ ਇਹਨੂੰ ਕਿਉਂ ਨਹੀਂ ਜਿਉਂਦਾ ਕੀਤਾ, ਇਹਨੂੰ ਵੀ ਜਿਉਂਦਾ ਕਰ ਦਿੰਦੇ। ਸਿੰਘਨ ਵੀ ਕੈਸੇ ਜਿਵਾਵੋ, ਪ੍ਰਭ ਫਰਮਾਏ ਚੋਗਿਸ ਪਾਵੋ। ਸਿੰਘਾਂ ਨੇ ਵੀ ਬੇਨਤੀ ਕੀਤੀ, ਪਾਤਸ਼ਾਹ ਇਹਨੂੰ ਵੀ ਜਿਉਂਦਾ ਕਰ ਦਿਓ। ਪਾਤਸ਼ਾਹ ਕਹਿੰਦੇ ਇਹਨੂੰ ਵੀ ਦਾਣੇ ਪਾ ਦਿਓ। ਦੇ ਕਰ ਸਿੱਖਨ ਤਿਸੇ ਅਗੇਰੇ, ਮੋਠ ਬਾਜਰੀ ਜਬੇ ਬਕੇਰੇ। ਸਿੰਘਾਂ ਨੇ ਆਪ ਮੁੱਠੀ ਭਰ ਕੇ ਜਦ ਉਸ ਕਬੂਤਰ ਕੋਲ ਸਿੱਟੇ ਦਾਣੇ, ਉਠ ਜੀਵੋ ਹਿਰਤ ਬਿਸਮਾਏ, ਲਿਆਏ ਉਪਾਏ ਨਸੀਸ ਨਿਭਾਏ। ਔਰ ਉਹ ਕਬੂਤਰ ਵੀ ਕਹਿੰਦੇ ਉੱਠ ਕੇ ਦਾਣਾ ਚੁਗਣ ਲੱਗਿਆ। ਫਿਰ ਸਾਰੇ ਹੈਰਾਨ ਹੋ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਮੱਥੇ ਟੇਕਣ ਲੱਗੇ। ਸ੍ਰੀ ਗੁਰੂ ਸੋ ਜਸ ਸੁਨਿਓ ਹਮ ਜੈਸੇ, ਦਰਸ਼ਨ ਕਰਿਓ ਆਪ ਕੋ ਤੈਸੇ। ਫਿਰ ਸਾਰੇ ਕਹਿੰਦੇ ਹਨ ਮਹਾਰਾਜ ਤੁਹਾਡੀਆਂ ਸਿਫਤਾਂ ਤਾਂ ਸੁਣੀਆਂ ਸੀ, ਪਰ ਪਾਵਰ ਦਾ ਅੱਜ ਪਤਾ ਲੱਗਿਆ। ਜੈਸਾ ਸਤਿਗੁਰ ਸੁਣੀਂਦਾ ਤੈਸੂ ਹੀ ਮੈਂ ਡੀਠ, ਵਿਛੜੀਆਂ ਮੇਲਾ ਪ੍ਰਭੂ ਹਰ ਦਰਗਹਿ ਕਾ ਬੈਸੀਠ। ਇਹ ਤਾਂ ਦਰਗਾਹ ਦਾ ਵੀ ਮਾਲਕ ਹੈ, ਸੰਸਾਰ ਦਾ ਜੀਵਨ ਹੀ ਦੇਣ ਵਾਲਾ ਨਹੀਂ, ਦਰਗਾਹ ਦੇ ਵਿੱਚ ਵੀ ਵਸਾਉਣ ਵਾਲਾ ਹੈ। ਦੋਏ ਕਰੀ ਠਹਿਰੇ ਗੁਰ ਤਾਹਾਂ, ਪੁਨ ਗਮਨੇ ਬਾਜ਼ਾਰ ਬੜ ਜਹਾਂ। ਦੋ ਘੜੀਆਂ ਇੱਥੇ ਰੁਕ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਹੋਰ ਭਾਦਰੇ ਦੇ ਬਾਜ਼ਾਰ ਵੱਲ ਚਲੇ ਗਏ। ਬੜੇ ਧਨਾੜ ਬਨਕ ਵਿਵਹਾਰੂ, ਹਾਟਨ ਮੇ ਦਿਨਾਰ ਅਬਾਰੂ। ਔਰ ਇੱਥੇ ਬੜੇ ਧਨਾੜ ਦੁਕਾਨਦਾਰ ਵਪਾਰੀ ਰਹਿੰਦੇ ਹਨ, ਜਿਨ੍ਹਾਂ ਦੀਆਂ ਦੁਕਾਨਾਂ ਦੇ ਵਿੱਚ ਬੇਅੰਤ ਮਾਇਆ ਅਸ਼ਰਫੀਆਂ ਮੋਹਰਾਂ ਦੇ ਵੀ ਢੇਰ ਲੱਗੇ ਹਨ। ਗਿਣਤੀ ਕਹਾਂ ਰਾਇਤ ਪਨ ਕੇਰੀ, ਮੁਕਤਾ ਬੋ ਪਰਵਾਲ ਕੋਹੇਰੀ। ਔਰ ਇੱਥੇ ਜੌਹਰੀਆਂ ਦੀਆਂ ਦੁਕਾਨਾਂ, ਜਿਨ੍ਹਾਂ ਦੀਆਂ ਦੁਕਾਨਾਂ ਵਿੱਚ ਸੋਨੇ ਦੀਆਂ ਮੋਹਰਾਂ, ਚਾਂਦੀ ਦੇ ਰੁਪਈਏ, ਹੀਰੇ ਜਵਾਹਰਾਤ ਆਦਿ, ਜਿਨ੍ਹਾਂ ਦਾ ਕੋਈ ਅੰਤ ਨਹੀਂ। ਮੋਹਰਨ ਦੇਖ ਆਨੰਦ ਉਦਾਰਾ, ਸਿੰਘਨ ਸੰਗ ਸੁਨਾਈ ਉਚਾਰਾ। ਔਰ ਸਤਿਗੁਰੂ ਪਾਤਸ਼ਾਹ ਇੱਕ ਦੁਕਾਨ ਦੇ ਵਿੱਚ ਸੋਨੇ ਦੀਆਂ ਮੋਹਰਾਂ ਦੇਖ ਕੇ ਬੜੇ ਖੁਸ਼ ਹੋਏ ਤੇ ਸਿੰਘਾਂ ਨੂੰ ਕਹਿੰਦੇ, ਚੌਪਈ ਇਮ ਕੈ ਨਗਰ ਨਿਹਾਰਿਓ ਸਾਰਾ, ਪੁਨ ਆਏ ਡੋਰੀ ਜਹ ਡਾਰਾ। ਤਾਂ ਸਤਿਗੁਰੂ ਪਾਤਸ਼ਾਹ ਨੇ ਸਿੰਘਾਂ ਨੂੰ ਕੀ ਕਿਹਾ? ਗੁਰੂ ਜੀ ਦਾ ਬਚਨ, ਨਹੌਰ ਗੁਰੂ ਕੀ ਮੋਹਰ, ਸਿੰਘ ਆਵੇਂਗੇ ਜਬ ਲੂਟੇਂਗੇ। ਤਾਂ ਪਾਤਸ਼ਾਹ ਕਹਿੰਦੇ ਨਹੌਰ ਗੁਰੂ ਕੇ ਮੋਹਰ, ਜਦੋਂ ਇੱਥੇ ਸਿੰਘ ਆਉਣਗੇ
ਤਾਂ ਇਸ ਨੂੰ ਲੁੱਟਣਗੇ। ਭਾਵ ਫਿਰ ਬੰਦਾ ਸਿੰਘ ਬਹਾਦਰ ਦਾ ਸਮਾਂ ਹੋਇਆ ਸੀ ਜਿਸ ਵੇਲੇ ਉਹ ਆਇਆ ਸੀ ਇੱਧਰ ਨੂੰ। ਚੌਪਈ ਇਮਕੈ ਨਗਰ ਨਿਹਾਰਿਓ ਸਾਰਾ ਪੁਨ ਆਏ ਡੇਰੋ ਜਹ ਡਾਰਾ। ਤੇ ਫਿਰ ਪਾਤਸ਼ਾਹ ਜੀ ਨਗਰ ਦੇ ਵਿੱਚ ਇਉਂ ਗੇੜਾ ਕੱਢ ਕੇ ਵਾਪਸ ਆਪਣੇ ਪੜਾਅ ਤੇ ਆ ਗਏ ਹਨ। ਨਾਮ ਥਾਨ ਕੋ ਛੀਨਤ ਲਾਈ ਜੈ ਉਤਰੇ ਨਿਸ ਬਸਨ ਗੁਸਾਈ। ਔਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਸ ਸਥਾਨ ਦਾ ਨਾਮ ਛੀਨ ਤਲਾਈ ਹੈ, ਉੱਥੇ ਉਤਰੇ ਸਨ। ਉੱਥੇ ਆ ਕੇ ਪੜਾ ਕੀਤਾ ਹੈ ਜੀ। ਆਨ ਪਾਨ ਕਰ ਸੈਨਾ ਸਾਰੀ ਸੁਪਤ ਜਥਾ ਸੁਖ ਰਾਤ ਗੁਜਾਰੀ। ਔਰ ਸ਼ਾਮਾਂ ਪੈ ਗਈਆਂ, ਸ਼ਾਮਾਂ ਦਾ ਭੋਜਨ ਲੰਗਰ ਆਦਿ ਛਕਣਾ ਕੀਤਾ ਹੈ। ਫਿਰ ਆਰਾਮ ਕਰਨ ਲੱਗੇ ਜੀ। ਟੂਟਨ ਬਚਨ ਗੁਰੂ ਜੋ ਪਨਿਓ ਹੋ ਪੂਰਨ ਪਾਹਮ ਇਮ ਸੁਣਿਓ। ਔਰ ਭਾਈ ਸਾਹਿਬ ਜੀ ਕਹਿੰਦੇ ਹਨ, ਸੰਤੋਖ ਸਿੰਘ ਕਵੀ ਕਹਿੰਦੇ ਜਿਹੜਾ ਅਸੀਂ ਬਚਨ ਸੁਣਿਆ ਸੀ ਨਾ ਕਿ ਸਿੰਘ ਆਵੇਂਗੇ ਇਸ ਕੋ ਲੁੱਟेंगे, ਉਸ ਬਚਨ ਦਾ ਸਾਨੂੰ ਪਤਾ ਲੱਗਿਆ, ਅਸੀਂ ਵੇਖਿਆ। ਵਰਖ 18 ਸੇਰੋ 11 ਪੰਥ ਖਾਲਸਾ ਗਮਨਿਓ ਬਸ ਬਸ। ਤਾਂ ਜਿਸ ਵੇਲੇ 1811 ਦੇ ਵਿੱਚ ਖਾਲਸਾ ਪੰਥ ਇੱਧਰ ਗਿਆ। ਚੂਰਪੁਰ ਕੀ ਸੁਨ ਬੜ ਮਾਇਆ ਬ੍ਰਿਧ ਖਾਲਸੇ ਕੋ ਦਲ ਧਾਇਆ। ਔਰ ਇੱਧਰ ਚੂਰਪੁਰ ਦੀ ਵੱਡੀ ਮਾਇਆ ਸੁਣ ਕੇ ਖਾਲਸੇ ਦਾ ਦਲ ਉਧਰ ਗਿਆ ਤੇ ਧਾਵਾ ਬੋਲਿਆ। ਪਹੁੰਚੇ ਨਿਕਟ ਸੁਣੀ ਸਭ ਬਾਤ ਬਾਰੀ ਖਾਰਾ ਪਿਓ ਨਾ ਜਾਤ। ਨੇੜੇ ਪਹੁੰਚ ਕੇ ਸਾਰੀ ਗੱਲ ਸੁਣੀ ਕਿ ਇਥੋਂ ਦਾ ਜਿਹੜਾ ਪਾਣੀ ਹੈ ਬੜਾ ਖਾਰਾ ਹੈ, ਉਹ ਪੀਤਾ ਨਹੀਂ ਜਾਂਦਾ। ਜੇ ਪੀਵੇ ਲਾਗੇ ਅਤ ਸਾਰਾ ਹੋਤ ਜਾਤ ਮਾਨਵ ਬਿਮਾਰਾ। ਔਰ ਉਥੋਂ ਕਿਸੇ ਨੇ ਦੱਸਿਆ ਕਿ ਇਥੋਂ ਦਾ ਪਾਣੀ ਬੜਾ ਖਾਰਾ ਹੈ ਤੇ ਜੇ ਕੋਈ ਪੀ ਲਵੇ ਤੇ ਉਸ ਦੇ ਪੇਟ ਵਿੱਚ ਗੜਬੜ ਹੋ ਜਾਂਦੀ ਆ, ਲੂਜ ਮੋਸ਼ਨ ਲੱਗ ਜਾਂਦੇ ਆ, ਇਥੋਂ ਦਾ ਪਾਣੀ ਕੋਈ ਪੀ ਨਹੀਂ ਸਕਦਾ। ਕੇ ਬਹਿਰ ਆਹੇ ਜਲ ਐਸੋ ਪਿਉ ਨਾ ਜਾਏ ਪਿਉ ਰੁਜ ਜੈਸੇ। ਔਰ ਇਤਨਾ ਪਾਣੀ ਉਹ ਖਾਰਾ ਹੈ ਕਿਸੇ ਤੋਂ ਪੀਤਾ ਨਹੀਂ ਜਾਂਦਾ। ਸੁਨ ਕੇ ਹਟਿਓ ਖਾਲਸਾ ਬਲੀ ਛੂਚੇ ਚਲੇ ਬਾਤ ਨਹਿ ਭਲੀ। ਤਾਂ ਕਹਿਣ ਲੱਗੇ ਖਾਲਸਾ ਜਿਹੜਾ ਹੈ ਇਥੋਂ ਫਿਰ ਚਲਿਆ ਗਿਆ, ਇਹ ਚੰਗੀ ਗੱਲ ਨਹੀਂ ਹੈ, ਚਲੋ ਚਲੀਏ। ਕੋਈ ਨਾ ਹਰ ਕੋ ਦਲ ਚਲੇ ਆਇਓ ਸੰਗ ਤੁਫੰਗੇ ਜੰਗ ਮਚਾਇਓ। ਨਹੌਰ ਭਾਦਰੇ ਤੇ ਹਮਲਾ ਕੀਤਾ ਜਿਸ ਵੇਲੇ ਬੰਦਾ ਸਿੰਘ ਬਹਾਦਰ ਆਇਆ, ਸਤਿਗੁਰਾਂ ਨੇ ਉਧਰੋਂ ਭੇਜਿਆ ਸੀਗਾ ਨੰਦੇੜ ਸਾਹਿਬ ਤੋਂ। ਫਿਰ ਜਿੱਥੇ ਜਿੱਥੇ ਗੁਰੂ ਕੇ ਦੋਖੀ ਵਸਦੇ ਸਨ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਸਨ ਤੇ ਨਹੌਰ ਦੇ ਉੱਤੇ ਆ ਕੇ ਵੀ ਹਮਲਾ ਕੀਤਾ। ਬੜੇ ਹੀਲ ਕਰ ਲੂਟ ਬਜ਼ਾਰਾ ਲੀਨੋ ਦਰਬ ਬ੍ਰਿੰਦ ਦਿਨਾਰਾ। ਔਰ ਇਥੋਂ ਇਹ ਬਹੁਤ ਸਾਰਾ ਸੋਨਾ ਚਾਂਦੀ ਮੋਹਰਾਂ ਆਦਿ ਖਾਲਸੇ ਨੇ ਲਈਆਂ। ਤ੍ਰਿਪਤ ਹੋਏ ਤੈ ਤੇ ਚਲੇ ਆਏ ਮੁੱਲ ਲੈ ਅਸਵਾਰ ਬਣਾਏ। ਔਰ ਫਿਰ ਉਸ ਪੈਸੇ ਨਾਲ ਸਿੰਘਾਂ ਨੇ ਘੋੜੇ ਖਰੀਦੇ, ਕਿਉਂਕਿ ਬੰਦਾ ਸਿੰਘ ਬਹਾਦਰ ਜਦ ਚੱਲਿਆ ਸੀਗਾ ਇਹਦੇ ਨਾਲ ਪਾਤਸ਼ਾਹ ਨੇ 5 ਸਿੰਘਾਂ ਦਾ ਜਥਾ ਦਿੱਤਾ ਸੀਗਾ ਤੇ ਸਤਿਗੁਰਾਂ ਨੇ 5 ਤੀਰ ਦਿੱਤੇ ਸਨ ਆਪਣੇ ਪੱਥੇ 'ਚੋਂ ਕਿ ਜਦੋਂ ਬਹੁਤੀ ਹੀ ਲੋੜ ਪੈ ਜਾਵੇ ਤੇ ਇੱਕ ਤੀਰ ਆਕਾਸ਼ਾਂ ਵੱਲ ਛੱਡ ਦੇ, ਤੇਰੀ ਉਸੇ ਵੇਲੇ ਜਿਹੜੀਆਂ ਸ਼ਹੀਦੀ ਫੌਜਾਂ ਉਹ ਮਦਦ ਕਰਨਗੀਆਂ। ਪਰ ਜਿਹੜੀਆਂ ਵਸਤੂਆਂ ਖਰੀਦਣੀਆਂ ਉਹਦੇ ਵਾਸਤੇ ਤਾਂ ਪੈਸਾ ਚਾਹੀਦਾ। ਇਸ ਕਰਕੇ ਸਿੰਘਾਂ ਨੇ ਨਹੌਰ ਤੋਂ ਉਹ ਮੋਹਰਾਂ ਲਈਆਂ ਔਰ ਫਿਰ ਉਹਨਾਂ ਦੇ ਘੋੜੇ ਖਰੀਦੇ ਗਏ। ਤਕ ਭਏ ਤਬੇ ਸਿਰਦਾਰ ਲਈ ਗ੍ਰਾਮ ਗਨ ਤੁਰਕਨ ਮਾਰ। ਔਰ ਉਸ ਵੇਲੇ ਫਿਰ ਸਿੰਘਾਂ ਨੇ ਕਈ ਸਿੱਖਾਂ ਨੂੰ ਇਹਨਾਂ ਇਲਾਕਿਆਂ ਦੇ ਸਰਦਾਰ ਭਾਵ ਜਿਵੇਂ ਅੱਗੇ ਤੋਂ ਅੱਗੇ ਆਪਣੀਆਂ ਚੌਂਕੀਆਂ ਸਾਜਦਾ ਜਾ ਰਿਹਾ ਬੰਦਾ ਸਿੰਘ ਬਹਾਦਰ, ਡਿਊਟੀਆਂ ਲਾਉਂਦਾ ਜਾ ਰਿਹਾ, ਰਾਜੇ ਬਣਾਉਂਦਾ ਜਾ ਰਿਹਾ ਸੀ, ਉਸੇ ਤਰ੍ਹਾਂ ਹੀ ਇਹਨਾਂ ਤੁਰਕਾਂ ਨੂੰ ਮਾਰ ਕੇ ਤੇ ਇੱਥੇ ਆਪਣੀਆਂ ਚੌਕੀਆਂ ਵਸਾਈਆਂ ਸੀ। ਕਹਿਓ ਗੁਰੂ ਕੋ ਤਬ ਸਫਲਿਓ ਬ੍ਰਿੰਦ ਸਿੰਘਨ ਤੇ ਹਮ ਸੁਨ ਲਿਓ। ਔਰ ਸੰਤੋਖ ਸਿੰਘ ਕਵੀ ਕਹਿੰਦਾ ਗੁਰੂ ਦਾ ਇਹ ਬਚਨ ਉਦੋਂ ਪੂਰਾ ਹੋਇਆ ਮੈਂ ਆਪਣੇ ਵੱਡਿਆਂ ਤੋਂ ਸੁਣਿਆ। ਸੀਨ ਤਲਾਈ ਡੇਰਾ ਪਾਏ ਸ਼੍ਰੀ ਪ੍ਰਭ ਬਸ ਤੈ ਰਾਤ ਬਿਤਾਏ। ਖੈਰ ਚਲੋ ਹੁਣ ਸਤਿਗੁਰਾਂ ਦੇ ਕੋਲ ਸਤਿਗੁਰਾਂ ਨੇ ਛੀਨ ਤਲਾਈ ਦੇ ਉੱਪਰ ਡੇਰਾ ਲਾਇਆ ਹੈ। ਰਾਤ ਹੋਤ ਕਰ ਸੋਚ ਸਨਾਨਾ ਚੜ ਕੇ ਕਾਨ ਪਰ ਕਰਿਓ ਪਿਆਨਾ। ਦੂਸਰਾ ਦਿਨ ਚੜ੍ਹਿਆ, ਸਤਿਗੁਰੂ ਪਾਤਸ਼ਾਹ ਨੇ ਇੱਥੋਂ ਚਾਲੇ ਪਾਉਣ ਦਾ ਹੁਕਮ ਦਿੱਤਾ ਹੈ। ਆਪੋ ਆਪਣੇ ਘੋੜਿਆਂ ਤੇ ਸਿੰਘ ਸਵਾਰ ਹੋਏ, ਪੈਦਲ ਜਿਹੜੇ ਹਨ ਪੈਦਲ ਚੱਲ ਪਏ। ਗੁਰੂ ਪਾਤਸ਼ਾਹ ਆਪਣੇ ਘੋੜੇ ਤੇ ਸਵਾਰ ਹੁੰਦੇ ਹਨ। ਜਾਤ ਖਾਲਸਾ ਕੋ ਦਲ ਸਾਥ ਕੋਸ ਅਸ਼ਟ 10 ਪਹੁੰਚੇ ਨਾਥ। ਔਰ ਇੱਥੋਂ ਸਤਿਗੁਰੂ ਪਾਤਸ਼ਾਹ ਜੀ ਚੱਲੇ
8-10 ਕੋ ਪੈਂਡਾ ਤੈਅ ਕਰਦੇ ਹਨ। ਨਗਰ ਭਾਦਰਾ ਉਤਰੀ ਜਾਏ ਸਰਮਤ ਬਹੀਰ ਪਹੁੰਚੋ ਆਏ। ਇਹ 9 ਇਕੱਠਾ ਪੈਂਦਾ ਨਹੁਰ ਭਾਦਰਾ, ਪਰ ਵਿਚਾਲੇ ਜਿਹੜਾ ਫਰਕ ਹੈ ਉਹ 8-10 ਕੋਹ ਦਾ ਹੈ। ਤੇ ਨਹੁਰ ਤੋਂ ਚੱਲ ਕੇ ਸਤਿਗੁਰੂ ਭਾਦਰੇ ਪਹੁੰਚ ਗਏ ਹਨ। ਤ੍ਰਿਨ ਦਾਨਾ ਕਨ ਦੀਨ ਨਿਹਾਰੀ ਸ਼ਰਮ ਨਿਰਵਾਰਿਓ ਬਾਹਨ ਭਾਰੀ। ਔਰ ਭਾਦਰੇ ਜਾ ਕੇ ਸਤਿਗੁਰਾਂ ਨੇ ਇੱਕ ਥਾਂ ਤੇ ਖੁੱਲੇ ਥਾਂ ਤੇ ਡੇਰਾ ਕੀਤਾ ਹੈ। ਘੋੜਿਆਂ ਦੀਆਂ ਕਾਠੀਆਂ ਲਾਹੀਆਂ, ਖਰਖਰੇ ਫੇਰੇ, ਉਹਨਾਂ ਨੂੰ ਨਿਹਾਰੀ ਭਾਵ ਦਾਣਾ ਪਾਣੀ ਘਾਹ ਆਦਿ ਦੇਣਾ ਕੀਤਾ ਜੀ। ਲੋਕਨ ਕੋ ਕ੍ਰਿਤ ਬਹੁ ਮਿਸ਼ਟਾਨ ਸਤਿਗੁਰ ਦੀਨ ਸਰਮਤ ਗਨ ਜਾਨ। ਔਰ ਜਿਹੜੇ ਨਾਲ ਸਿੰਘ ਸਿੱਖ ਸੰਗਤਾਂ ਥਕੀਆਂ ਹੋਈਆਂ ਸਨ, ਉਹਨਾਂ ਨੂੰ ਘਿਓ ਮਿੱਠਾ ਆਦਿ ਬਹੁਤ ਛਕਾਉਣਾ ਕੀਤਾ ਹੈ। ਦੇਗ ਤਿਆਰ ਹੋਈ ਵਰਤਾਏ ਖਾਨ ਪਾਨ ਕਰ ਸਭ ਤ੍ਰਿਪਤਾਏ। ਫਿਰ ਸ਼ਾਮਾਂ ਦਾ ਲੰਗਰ ਤਿਆਰ ਹੋ ਗਿਆ ਹੈ, ਸਾਰਿਆਂ ਨੇ ਲੰਗਰ ਛਕਿਆ ਹੈ ਜੀ। ਸੋਪਤ ਹੋਏ ਕਰ ਸ਼ਰਮ ਨਿਰਵਾਰਾ ਭਈ ਪ੍ਰਾਤ ਪੁਨ ਕੀਨਸ ਤਿਆਰਾ। ਔਰ ਫਿਰ ਆਰਾਮ ਕਰਨ ਲੱਗੇ, ਸੌਂ ਗਏ ਹਨ। ਪਰਮ ਸਿੰਘ ਅਰ ਧਰਮ ਸਿੰਘ ਦੋਏ ਪਿਖ ਸੇਵਾ ਕੋ ਪ੍ਰਭ ਪ੍ਰਸੰਨ ਹੋਏ। ਪਰਮ ਸਿੰਘ ਧਰਮ ਸਿੰਘ ਨੇ ਆਪਣੇ ਮਨੋਂ ਹੀ ਇਹ ਸੇਵਾ ਪ੍ਰਾਪਤ ਕਰ ਲਈ ਹੈ ਕਿ ਸਤਿਗੁਰ ਜਿੱਥੇ ਜਾ ਕੇ ਪੜਾ ਕਰਦੇ ਹੈ ਉੱਥੇ ਪਹੁੰਚ ਕਰਕੇ ਇਹ ਉਸ ਤੋਂ ਪਹਿਲਾਂ ਹੀ ਇੱਕ ਪਲੰਘਾ ਜਿਹੜਾ ਹੈ ਤੁਰੰਤ ਤਿਆਰ ਕਰ ਦਿੰਦੇ ਆ। ਲੱਕੜਾਂ ਵੱਢ ਕੇ ਉਹਨਾਂ ਨੂੰ ਜੋੜ ਜਪ ਕਰਕੇ ਤੇ ਸਤਿਗੁਰੂ ਉਸ ਪਲੰਘੇ ਤੇ ਆਰਾਮ ਕਰਦੇ ਹਨ। ਪਹੁੰਚੇ ਭਗਤੇ ਪੂਰਬ ਜਾਏ ਨਮੋ ਮੰਚ ਨਿਤ ਲੇਤ ਬਣਾਏ। ਪਹਿਲਾਂ ਜਾਂਦੇ ਆ ਸਤਿਗੁਰਾਂ ਤੋਂ ਔਰ ਦੱਸਦੇ ਆ ਕਿ ਇੰਨਾ ਕੁ ਪੈਂਡਾ ਤੈਅ ਕਰਕੇ ਇੱਥੇ ਰਾਤ ਪੈਣੀ ਆ ਤੇ ਉੱਥੇ ਜਾ ਕਰਕੇ ਇਹ ਨਵਾਂ ਪਲੰਘ ਨਵਾਂ ਮੰਜਾ ਜਿਹੜਾ ਹੈ ਸਤਿਗੁਰਾਂ ਲਈ ਤਿਆਰ ਕਰ ਦਿੰਦੇ। ਇਹਨਾਂ ਦਾ ਇਹ ਸੇਵਾ ਦੇਖ ਕੇ ਸਤਿਗੁਰੂ ਪਾਤਸ਼ਾਹ ਬੜੇ ਹੀ ਖੁਸ਼ ਹੋਏ ਹਨ। ਹੋਏ ਤੋ ਰੰਗ ਬਖਸ਼ੇ ਹਥਿਆਰ ਗੁਰ ਬਖਸ਼ਿਸ਼ ਲੀਨਸ ਕਰ ਧਾਰ। ਔਰ ਇਹਨਾਂ ਪਰਮ ਸਿੰਘ ਧਰਮ ਸਿੰਘ ਇਹਨਾਂ ਦੋਹਾਂ ਸਿੱਖਾਂ ਨੂੰ ਸਤਿਗੁਰਾਂ ਨੇ 2 ਘੋੜੇ ਦਿੱਤੇ ਤੇ ਸ਼ਸਤਰ ਦਿੱਤੇ, ਖੁਸ਼ੀ ਵਿੱਚ ਆ ਕੇ ਬਖਸ਼ਾਂ ਕੀਤੀਆਂ। ਸ਼੍ਰੀ ਪ੍ਰਭ ਆਗੇ ਪੰਥ ਬਿਆਨੇ ਤਿਸ ਦਿਨ ਸਮਰੱਥ ਸਾਥ ਕੋ ਜਾਣੇ। ਔਰ ਸਤਿਗੁਰੂ ਰਾਹੋ ਰਾਹ ਅੱਗੇ ਜਾ ਰਹੇ ਹਨ, ਜਿਸ ਦਿਨ ਆਪਣੇ ਸਾਥੀਆਂ ਨੂੰ ਥੱਕੇ ਹੋਏ ਦੇਖਿਆ। ਅਲਪਮ ਜਲ ਕਰ ਉਤਰੀ ਜਾਏ ਸਬਤ ਕੋਸ ਪਰ ਗ੍ਰਾਮ ਜੁਆਏ। ਫਿਰ ਸਤਿਗੁਰਾਂ ਨੇ ਮੰਜ਼ਲ ਅੱਜ ਛੋਟੀ ਕਰ ਦਿੱਤੀ ਹੈ, 7 ਕੋਹ ਤੇ ਜਾ ਕੇ ਰੁਕਣਾ ਕੀਤਾ ਹੈ। ਨਾਮ ਸੇਵਾ ਤਿਸ ਕੋ ਜਾਨ ਉਤਰਿਓ ਡੇਰਾ ਸਭੂ ਆਨ। ਤੋ ਸੁਹਾਵਾ ਸਰ ਜਿਸ ਨੂੰ ਸ਼ਾਇਦ ਕਹਿੰਦੇ ਹਨ, ਉਸ ਦਾ ਨਾਮ ਇਤਿਹਾਸ ਵਿੱਚ ਸੁਹੇਵਾ ਆਇਆ ਹੈ। ਸੁਹੇਵੇ ਜਾ ਕਰਕੇ ਸਤਿਗੁਰਾਂ ਨੇ ਉਤਾਰਾ ਕੀਤਾ ਹੈ। ਪਰਮ ਸਿੰਘ ਤਬਲੇ ਹਥਿਆਰ ਬੰਦ ਭਲੇ ਸਿਰ ਲੀਨੇ ਧਾਰ। ਔਰ ਪਰਮ ਸਿੰਘ ਨੇ ਕੀ ਕੀਤਾ ਹੈ ਕਿ ਜਿਹੜੇ ਸਤਿਗੁਰ ਨੇ ਸ਼ਸਤਰ ਦਿੱਤੇ ਆ, ਸ੍ਰੀ ਸਾਹਿਬ ਜਾਂ ਕੋਈ ਹੋਰ ਸ਼ਸਤਰ, ਉਸ ਨੂੰ ਇਸ ਨੇ ਆਪਣੇ ਸਿਰ ਤੇ ਰੱਖ ਲਿਆ ਹੈ ਤੇ ਤੁਰਿਆ ਜਾ ਰਿਹਾ ਹੈ। ਘੋਰਨ ਕੋ ਮਗ ਮਹਿ ਡਰਿਆਹੀ ਨੈ ਚੜਬੇ ਕੋ ਚਿਤ ਲਲਚਾਈ। ਔਰ ਘੋੜਾ ਜਿਹੜਾ ਹੈ ਘੋੜਿਆਂ ਨੂੰ ਵੀ ਤੋੜ ਕੇ ਲਈ ਜਾ ਰਿਹਾ, ਉੱਤੇ ਨਹੀਂ ਚੜੇ। ਗੁਰ ਬਖਸ਼ਿਸ਼ ਉਤਮ ਬਹੁ ਜਾਨੀ ਰਾਖ ਅਦੈਬ ਕੋ ਬਹੁ ਮਾਨੀ। ਔਰ ਗੁਰੂ ਦੀ ਬਖਸ਼ਿਸ਼ ਜਾਣ ਕੇ ਇਹ ਬੜਾ ਸਤਿਕਾਰ ਕਰਦੇ ਹਨ ਉਹਨਾਂ ਦਾ, ਔਰ ਬੜਾ ਸਤਿਕਾਰ ਕਰਦੇ ਹੋਏ ਉਹਨਾਂ ਦੇ ਉੱਤੇ ਨਹੀਂ ਚੜੇ। ਸਿੱਖਨ ਪ੍ਰਭ ਸੋ ਜਾਏ ਬਤਾਏ ਹਨ ਚੜੀ ਨੈ ਪਗ ਸੁਆਏ। ਔਰ ਕਿਸੇ ਨੇ ਗੁਰੂ ਸਾਹਿਬ ਨੂੰ ਦੱਸ ਦਿੱਤਾ, ਮਹਾਰਾਜ ਉਹ ਪਰਮ ਸਿੰਘ ਧਰਮ ਸਿੰਘ ਹੋਰੀ ਘੋੜਿਆਂ ਤੇ ਚੜੇ ਹੀ ਨਹੀਂ, ਤੁਰੇ ਆਉਂਦੇ ਹਨ। ਸ਼ਸਤਰ ਸਕਲ ਸਿਰ ਪਰ ਤਰਿਆ ਨੇ ਉਲਟੋ ਖੇਦ ਚਲਨ ਮੋ ਜਾਣੇ। ਔਰ ਮਹਾਰਾਜ ਸ਼ਸਤਰ ਗਾਤਰੇ ਨਹੀਂ ਪਹਿਨੇ ਆ, ਉਹ ਸਿਰ ਤੇ ਰੱਖ ਛੱਡਿਆ, ਘੋੜਿਆਂ ਤੇ ਚੜੇ ਨਹੀਂ, ਉਲਟਾ ਪੈਰੀ ਚੱਲ ਕੇ ਆ ਰਹੇ ਹਨ। ਸੁਣ ਸਤਿਗੁਰ ਨਿਜ ਨਿਕਟ ਹਕਾਰੇ ਬੂਝੋ ਇਹ ਕਿਆ ਕੀ ਨਸਕਾਰੇ। ਸਤਿਗੁਰਾਂ ਨੇ ਕੋਲ ਬੁਲਾਇਆ, ਕਹਿੰਦੇ ਬਈ ਤੁਹਾਨੂੰ ਘੋੜਾ ਚੜ੍ਹਨ ਵਾਲਾ ਦਿੱਤਾ ਸੀਗਾ, ਸ਼ਸਤਰ ਪਹਿਨੇ ਕਿਉਂ ਨਹੀਂ, ਇਹ ਕੀ ਕੀਤਾ ਹੈ? ਨਾ ਚੜੀ ਨਾ ਸ਼ਸਤਰ ਸਜਾਏ ਸਿਰ ਤਰ ਕਰ ਮੈਂ ਗਹਿ ਕਰ ਲਿਆਏ। ਨਾ ਘੋੜਿਆਂ ਤੇ ਸਵਾਰ ਹੋਏ ਹੋ ਤੇ ਨਾ ਤੁਸੀਂ ਸ਼ਸਤਰ ਗਾਤਰੇ ਪਾਇਆ, ਕੀ ਗੱਲ? ਖੇਦ ਚਲਣ ਕੋ ਜਾਣ ਸੋ ਦੀਨੇ ਸੋ ਤੁਮ ਨਹੀਂ ਨਿਵਾਰਨ ਕੀਨੇ। ਅਸੀਂ ਤਾਂ ਸੋਚਦੇ ਸੀ ਵੀ ਜਲਦੀ ਪਹੁੰਚ ਜਾ ਕਰੋਗੇ ਘੋੜੇ ਤੇ ਤੁਸੀਂ, ਪਰ ਤੁਸੀਂ ਫੇਰ ਉਹ ਤਕਲੀਫ ਨੂੰ ਝੱਲ ਲਿਆ, ਪਰ ਘੋੜੇ ਤੇ ਨਹੀਂ ਚੜੇ। ਇਹ ਕਾਰਨ ਕਿਆ ਦਿਓ ਬਤਾਈ ਹੱਥ ਜੋੜ ਤਿਨ ਦੋਹਨ ਸੁਣਾ।
सुनाई। ਇਸ ਦਾ ਕੀ ਕਾਰਨ ਹੈ ਸਾਨੂੰ ਦੱਸਣਾ ਕਰੋ। रावर की बख्शिश को अदब, जे ना करे हमको बड़ गजब। ਕਹਿਣ ਲੱਗੇ ਮਹਾਰਾਜ ਇਹ ਤਾਂ ਤੁਹਾਡੀ ਬਖਸ਼ਿਸ਼ ਹੈ, ਇਹ ਕੋਈ ਵਰਤਣ ਵਾਲੀ ਚੀਜ਼ ਥੋੜਾ ਹੀ ਹੈ, ਇਹ ਤਾਂ ਸਤਿਕਾਰ ਦੇ ਵਾਸਤੇ ਸਾਨੂੰ ਤੁਸੀਂ ਦਿੱਤਾ ਹੈ। ਘੋੜਿਆਂ ਦੀ ਵੀ ਸੇਵਾ ਕਰਾਂਗੇ ਤੇ ਸ਼ਸਤਰਾਂ ਦੀ ਵੀ ਪੂਜਾ ਕਰਾਂਗੇ। पूजन हम तिनको जाने, मस्तक टेके तुम समझाने। ਔਰ ਅਸੀਂ ਤਾਂ ਇਹਨਾਂ ਨੂੰ ਮੱਥਾ ਟੇਕਦੇ ਹਾਂ ਮਹਾਰਾਜ, ਇਹ ਤਾਂ ਦੋਨੇ ਚੀਜ਼ਾਂ ਸਤਿਕਾਰਯੋਗ ਪੂਜਣਯੋਗ ਹਨ ਸਾਡੇ ਲਈ। सुन प्रसन्न है गुरु चारा, तुमरी जिवाही खग तारा। ਅੱਛਾ ਪਾਤਸ਼ਾਹ ਖੁਸ਼ੀ ਦੇ ਘਰ ਵਿੱਚ ਆ ਕੇ ਕਹਿੰਦੇ ਚੰਗਾ ਫਿਰ ਤੁਹਾਡੀ ਜੀਭ ਹੀ ਤਲਵਾਰ ਦਾ ਕੰਮ ਕਰੇਗੀ, ਤੁਹਾਡੇ ਬਚਨ ਪੂਰੇ ਹੋਣਗੇ। ਇਹ ਬਚਨ ਕਿਸੇ ਵੇਲੇ ਛੇਵੇਂ ਪਾਤਸ਼ਾਹ ਜੀ ਨੇ ਇਹਨਾਂ ਦੇ ਵੱਡੇ ਭਾਈ ਰੂਪਚੰਦ ਹੋਰਾਂ ਨੂੰ ਵੀ ਕੀਤਾ ਸੀ। ਉਹਨਾਂ ਨੇ ਵੀ ਉਸ ਵੇਲੇ ਘੋੜਾ ਦਿੱਤਾ ਸੀ, ਚੋਲਾ ਦਿੱਤਾ ਸੀ, ਸ੍ਰੀ ਸਾਹਿਬ ਦਿੱਤੀ ਸੀ, ਉਹਨਾਂ ਨੇ ਵੀ ਨਹੀਂ ਪਹਿਨਿਆ ਸੀ। ਇਹਨਾਂ ਨੇ ਵੀ ਆਪਣੇ ਵੱਡਿਆਂ ਦੇ ਨਕਸ਼ੇ ਕਦਮਾਂ 'ਤੇ ਚੱਲਦਿਆਂ ਉਵੇਂ ਕੀਤਾ। ਪਾਤਸ਼ਾਹ ਕਹਿੰਦੇ ਠੀਕ ਹੈ ਫਿਰ ਜੇ ਤਲਵਾਰ ਨਹੀਂ ਚਲਾਉਣੀ ਤਾਂ ਤੁਹਾਡੀ ਜਵਾਨ ਚੱਲੇਗੀ। जेठा निकसी बाक तुहारा, युद्ध ते तूरन कर पारा। ਔਰ ਤੁਹਾਡੇ ਮੁਖ ਚੋਂ ਨਿਕਲਿਆ ਹੋਇਆ ਬਚਨ ਸ਼ਸਤਰ ਤੋਂ ਵੀ ਤੇਜ ਹੋਵੇਗਾ। बरदी कर युद्ध सन्माना, निकट बिठाए कृपा निदाना। ਇਉਂ ਪਰਮ ਸਿੰਘ ਧਰਮ ਸਿੰਘ ਭਾਈ ਰੂਪੇ ਵਾਲਿਆਂ ਤੇ ਕਿਰਪਾ ਕੀਤੀ ਹੈ ਤੇ ਆਪਣੇ ਕੋਲ ਬਿਠਾ ਲਏ ਜੀ। ताहा चांडिक सन्मुख खरियो, तिसमें चल तद इक लग परियो। ਔਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਮਣੇ ਕੀ ਦੇਖਦੇ ਨੇ ਕਿ ਇੱਕ ਜੰਡ ਦਾ ਦਰਖਤ ਖੜਾ ਹੈ ਤੇ ਜੰਡ ਦੇ ਦਰਖਤ ਦੇ ਵਿੱਚ ਪਿੱਪਲ ਦਾ ਪੌਦਾ ਉਗਰਿਆ ਹੋਇਆ ਹੈ। अवलोकत प्रभ बाक बखाना, ए जब जल जल तल वदे महाना। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਜਦੋਂ ਇਹ ਪਿੱਪਲ ਦਾ ਪੌਦਾ ਜਿਹੜਾ ਹੈ ਬਹੁਤ ਵੱਧ ਜਾਵੇਗਾ तारी जांड को ले दबाई, सब दिशते ऊपर ले छाई। ਔਰ ਇਹ ਜੰਡ ਦਬ ਜਾਵੇਗਾ, ਇਹ ਕਮਜ਼ੋਰ ਪੈ ਜਾਵੇਗਾ, ਇਸ ਪਿੱਪਲ ਦਾ ਜਿਹੜਾ ਹੈ ਵਰਤਾਰਾ ਫੈਲ ਜਾਵੇਗਾ। ਉਦੋਂ ਕੀ ਹੋਵੇਗਾ? तबे खालसा बदे हमारा, गुडली चले तुर्क को मारा। ਔਰ ਫਿਰ ਉਸ ਵੇਲੇ ਸਾਡਾ ਖਾਲਸਾ ਇੰਨਾ ਵੱਧ ਜਾਵੇਗਾ, ਹਜੇ ਤਾਂ ਮੇਰਾ ਖਾਲਸਾ ਰੁੜਦਾ ਹੀ ਹੈ। ਗੋਡਲੀ ਚੱਲੇ ਗੋਡਿਆਂ ਨਾਲ ਚੱਲਣਾ ਭਾਵ ਰੁੜਨਾ, ਇਹ ਤਾਂ ਮੇਰਾ ਖਾਲਸਾ ਨਵਾਂ ਨਵਾਂ ਹੀ ਜਨਮ ਲਿਆ ਹੈ। ਪਰ ਉਦੋਂ ਜਦੋਂ ਇਹ ਪਿੱਪਲ ਜੰਡ ਨੂੰ ਦੱਬ ਲਵੇਗਾ ਤੇ ਖਾਲਸਾ ਤਕੜਾ ਹੋ ਜਾਵੇਗਾ ਤੇ ਤੁਰਕਾਂ ਨੂੰ ਮਾਰ ਲਵੇਗਾ। सुरत खालसे टेक्यो माथा, धन धन तुम श्री गुरुनाथा। ਤੇ ਸਤਿਗੁਰਾਂ ਦੇ ਇਹ ਬਚਨ ਆਉਣ ਵਾਲੇ ਸਮੇਂ ਵਿੱਚ ਸਤ ਕੁਝ ਹੋਏ ਹੈ ਤੇ ਕੁਝ ਅੱਗੇ ਹੋਣਗੇ। ਸਾਧ ਜੇ ਬੋਲੇ ਸਹਿ ਸੁਭਾਏ, ਸਾਧ ਕਾ ਬੋਲਿਆ ਬਿਰਥਾ ਨਾ ਜਾਏ। ਤੇ ਇਹ ਤਾਂ ਫਿਰ ਖੁਦ ਪਰਮੇਸ਼ਰ ਦੇ ਬਚਨ ਹਨ ਗੁਰੂ ਪਿਆਰਿਓ, ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਹਨ। ਖਾਲਸਾ ਫੌਜਾਂ ਜੋ ਸਾਹਮਣੇ ਬੈਠੀਆਂ ਸੁਣ ਰਹੀਆਂ ਸਾਰੇ ਨਮਸਕਾਰਾਂ ਕਰਕੇ ਧੰਨ 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 ਕਹਿੰਦੇ ਹਨ ਦੋਹਰਾ। पान पान कर जथा सुख, प्रात पई हुई त्यार। ਔਰ ਸ਼ਾਮਾਂ ਦਾ ਫਿਰ ਲੰਗਰ ਪ੍ਰਸ਼ਾਦਾ ਤਿਆਰ ਹੋਇਆ, ਸਭ ਨੇ ਛਕਿਆ। ਦੂਜਾ ਦਿਨ ਚੜ੍ਹਿਆ, ਫਿਰ ਤਿਆਰੀਆਂ ਖਿੱਚਣ ਲੱਗੇ ਹਨ। चढ़ बैठे श्री सतगुरु, गमने पंथ मजार। ਧੰਨ ਗੁਰੂ ਗੋਬਿੰਦ ਸਿੰਘ ਜੀ ਆਪਣੇ ਘੋੜੇ ਦੇ ਉੱਤੇ ਵਿਰਾਜਮਾਨ ਹੋਏ, ਚਾਲੇ ਪਾ ਦਿੱਤੇ। चौपाई श्री गुरु आगे, जब गमन है संगी सिंह सकल चढ़ गए। ਪਾਤਸ਼ਾਹ ਜੀ ਨੇ ਘੋੜਾ ਤੋਰ ਲਿਆ, ਸੰਗੀ ਸਿੰਘਾਂ ਨੇ ਵੀ ਆਪਣੇ ਘੋੜਿਆਂ ਤੇ ਸਵਾਰ ਹੋ ਕੇ ਨਾਲ ਤੁਰਨਾ ਕੀਤਾ ਹੈ ਜੀ। राम सिंह भगतू का तहा, ए तुत डर के थिर हुई रहा। ਔਰ ਇੱਥੇ ਜਿਹੜਾ ਭਾਈ ਭਗਤੂ ਕਾ ਰਾਮ ਸਿੰਘ, ਫਤਿਹ ਸਿੰਘ, ਚੱਕ ਫਤਿਹ ਸਿੰਘ ਵਾਲੇ ਇਹਨਾਂ ਨੂੰ ਵੀ ਨਾਲ ਲੈ ਗਏ ਸੀ ਨਾ। ਫਤਿਹ ਸਿੰਘ ਨੂੰ ਪਹਿਲਾਂ ਮੋੜ ਦਿੱਤਾ, ਹੁਣ ਰਾਮ ਸਿੰਘ ਦਾ ਵੀ ਚਿੱਤ ਕੀਤਾ ਮੈਂ ਵੀ ਚੱਲਾਂ, ਯਾਰ ਪਤਾ ਨਹੀਂ ਗੁਰੂ ਤਾਂ ਕਿੱਥੇ ਜਾਣਗੇ। ਕਹੋ ਸਤਨਾਮ ਸੀ। ਧੰਨ ਗੁਰੂ ਨਾਨਕ ਦੇਵ ਜੀ ਨੇ ਪ੍ਰੀਖਿਆ ਲਈ ਸੀ ਕਿਸੇ ਵੇਲੇ ਸਿੱਖਾਂ ਦੀ। ਉਸ ਵੇਲੇ ਗੁਰੂ ਪਿਆਰਿਓ ਅਖੀਰ ਤੱਕ ਭਾਈ ਲਹਿਣਾ ਜੀ ਪਹੁੰਚੇ ਸਨ। ਇਸੇ ਤਰ੍ਹਾਂ ਸ਼ਾਇਦ ਅੱਜ ਵੀ ਪ੍ਰੀਖਿਆ ਪੈ ਰਹੀ ਹੈ।
ਰਾਮ ਸਿੰਘ ਇੱਧਰ ਉੱਧਰ ਟਾਲ ਮਟੋਲ ਕਰਦਾ ਫਿਰਦਾ ਵੀ ਇਹ ਤੁਰ ਜਾਣ ਤੇ ਮੈਂ ਪੁੱਠਾ ਮੁੜ ਜਾਵਾਂ। ਕੀਰਤਕ ਦੂਰ ਅਲੰਗੇ ਜਬੈ ਚੜ ਤੁਰੰਗ ਪਰ ਹਟਿਓ ਸੋ ਤਬੈ। ਜਦੋਂ ਇਹਨੇ ਵੇਖਿਆ ਵੀ ਗੁਰੂ ਸਾਹਿਬ ਸਿੰਘਾਂ ਦੇ ਨਾਲ ਨਿਕਲ ਗਏ ਹਨ ਤੇ ਇਹ ਆਪਣੇ ਘੋੜੇ ਤੇ ਚੜ ਕੇ ਪੁੱਠਾ ਭੱਜਿਆ। ਇੱਕ ਸਿੰਘ ਵਾਹਨ ਦੁਰਾਹੇ ਪ੍ਰਭ ਸੋ ਮਿਲ ਕੇ ਦਿਓ ਬਤਾਏ। ਇੱਕ ਸਿੰਘ ਨੇ ਉਹਨੂੰ ਭੱਜਦੇ ਵੇਖ ਲਿਆ, ਉਹਨੇ ਘੋੜਾ ਭਜਾ ਕੇ ਸਤਿਗੁਰਾਂ ਦੇ ਨਾਲ ਲਾਇਆ ਕਿਉਂਕਿ ਲੰਬਾ ਬਹੀਰ ਸੀਗਾ। ਉਹਨੇ ਘੋੜਾ ਨੇੜੇ ਕਰਕੇ ਸਤਿਗੁਰਾਂ ਦੇ ਦੱਸ ਦਿੱਤਾ ਹੈ। ਰਾਮ ਸਿੰਘ ਭਾਈ ਭਜ ਚਲਿਓ ਸੰਗ ਆਪ ਕੀ ਨਾਹਨ ਮਿਲਿਓ। ਮਹਾਰਾਜ ਚੱਕ ਫਤਿਹ ਸਿੰਘ ਵਾਲਾ ਰਾਮ ਸਿੰਘ ਵੀ ਭੱਜ ਗਿਆ, ਉਹ ਵੀ ਤੁਹਾਡੇ ਨਾਲ ਨਹੀਂ ਜਾ ਰਿਹਾ ਹੁਣ। ਸੁਨ ਪ੍ਰਭ ਥਿਰ ਹੋਏ ਸਿੱਖ ਪਠਾਏ ਆਨ ਹਮਾਰੀ ਦਿਓ ਨ ਜਾਏ। ਰਾਮ ਸਿੰਘ ਭੱਜ ਗਿਆ, ਜਾ ਸਿੰਘਾ ਘੋੜਾ ਭਜਾ ਮਗਰ ਉਹਨੂੰ ਜਾ ਕੇ ਕਹਿ ਦੇ ਬਈ ਗੁਰੂ ਸਾਹਿਬ ਦੀ ਤੈਨੂੰ ਕਸਮ ਹੈ, ਸਹੁੰ ਹੈ, ਇੱਥੋਂ ਹੀ ਮੁੜ ਕੇ ਨਾ ਰਲ। ਗੁਰ ਕੋ ਪਠਿਓ ਸਿੰਘ ਕਹਿ ਗਿਓ ਰਾਮ ਸੰਗ ਠਹਿਰੋ ਕਹਿ ਦਿਓ। ਔਰ ਗੁਰੂ ਕੇ ਸਿੰਘ ਨੇ ਘੋੜਾ ਭਜਾਇਆ, ਅੱਡੀ ਲਾਈ, ਨਾਲ ਲਾਇਆ, ਓ ਰਾਮ ਸਿੰਘਾ ਖੜ ਜਾ। ਪ੍ਰਭ ਮੋਹਿ ਭੇਜਾ ਦੇ ਤ੍ਰੈ ਆਨ ਤੀਨ ਲਕੀਰ ਨਾ ਉਲੰਘ ਪਿਆਨ। ਗੁਰੂ ਸਾਹਿਬ ਨੇ ਮੈਨੂੰ ਭੇਜਿਆ, ਮੈਂ ਤੇਰੇ ਮੂਹਰੇ ਖਿੱਚਤੀਆਂ 3 ਲਖੀਰਾਂ ਤੇ ਇਹ 3 ਲਖੀਰਾਂ ਹੁਣ ਤੂੰ ਲੰਘ ਕੇ ਅੱਗੇ ਜਾ ਨਹੀਂ ਸਕਦਾ ਤੇ ਪੁੱਠਾ ਚੱਲ, ਗੁਰੂ ਸਾਹਿਬ ਨੇ ਸੱਦਿਆ। ਸੰਗ ਚਲੋ ਸਗਰੇ ਸੁਖ ਚੀਨਾ ਹਟਨ ਹੋ ਤੋ ਕਿਉਂ ਖੁਸ਼ੀ ਲੀਨਾ। ਉਹ ਕੀ ਹੋਇਆ ਤੈਨੂੰ ਯਾਰ, ਗੁਰੂ ਸਾਹਿਬ ਨੇ ਤੁਹਾਨੂੰ ਖੁਸ਼ੀਆਂ ਬਖਸ਼ਣੀਆਂ, ਇੰਨੀ ਕਿਰਪਾ ਕਰਦੇ ਆ, ਮੈਨੂੰ ਭੇਜਿਆ ਜਾ ਸੱਦ ਕੇ ਲਿਆ, ਤੂੰ ਕਿੱਧਰ ਚੱਲਿਆ, ਚੱਲ ਮੁੜ ਪੁੱਠਾ। ਚੇਤਨਾ ਤੋਹੇ ਭਾਜ ਕਰ ਜਾਣਾ ਸੁਣ ਕੇ ਖੜੇ ਪ੍ਰਭੂ ਤਿਸ ਥਾਨਾ। ਉਹ ਬਹੀਰ ਉੱਥੇ ਖੜ ਗਿਆ ਪਾਤਸ਼ਾਹ ਦਾ ਤੇ ਤੈਨੂੰ ਜਲਦੀ ਬੁਲਾਇਆ, ਭੱਜਣਾ ਇਦਾਂ। ਅੱਖਨ ਬਨੇ ਜਾਨ ਨਹਿ ਮੇਰੋ ਘਰ ਕੀ ਕਾਜ ਅਨਕ ਵਿਦ ਚੇਰੋ। ਵਿਚਾਰਾ ਇੱਥੇ ਰੋਕਦੇ ਆ, ਕਹਿੰਦਾ ਮੈਂ ਤਾਂ ਨਹੀਂ ਦੱਖਣ ਜਾਣਾਗਾ, ਘਰ ਦੇ ਬਹੁਤ ਕੰਮ ਕਰਨੇ ਆ। ਐਵੇਂ ਰਹੋ ਮਿਲੋ ਨਹਿ ਜਾਏ ਕਰੋ ਬੰਦਨਾ ਇਸ ਹੀ ਥਾਏ। ਮੈਂ ਇੱਥੋਂ ਹੀ ਨਮਸਕਾਰ ਕਰਦਾ ਗੁਰੂ ਨੂੰ, ਮੈਂ ਨਹੀਂ ਜਾਣਾ ਨਾਲ। ਇਮ ਕਹਿ ਲੰਘ ਲਕੀਰਨ ਗਿਓ ਦੇਖ ਸਿੰਘੁਰ ਅਚਰਜ ਪਿਓ। ਉਹਨੇ ਘੋੜਾ ਲਖੀਰਾਂ ਉੱਤੋਂ ਦੀ ਟਪਾ ਦਿੱਤਾ ਹੈ, ਕਸਮ ਨੂੰ ਨਹੀਂ ਮੰਨਿਆ। ਸਿੱਖ ਹੈਰਾਨ ਹੋਇਆ। ਪ੍ਰਭ ਕੋ ਕਰੀ ਬਤਾਵਨ ਸਾਰੀ ਉਲੰਘੇ ਅਣ ਲਕੀਰ ਅਗਾਰੀ। ਇਹਨੇ ਘੋੜਾ ਭਜਾ ਕੇ ਪਾਤਸ਼ਾਹ ਕੋਲੇ ਪਹੁੰਚਿਆ। ਮਹਾਰਾਜ ਜੀ ਉਹ ਲਖੀਰਾਂ ਲਖੂਰਾਂ ਟੱਪ ਗਿਆ, ਉਹਨੇ ਕੋਈ ਸਹੁੰ ਨਹੀਂ ਮੰਨੀ ਸੋਡੀ। ਪਾਤਸ਼ਾਹ ਫਿਰ ਅਗਲਾ ਬਚਨ ਦਿੰਦੇ ਆ, 3 ਵਾਰੀ ਇਹਨੂੰ ਰੋਕਣ ਦੀ ਕੋਸ਼ਿਸ਼ ਕਰਦੇ ਆ ਪਰ ਇਹ ਨਹੀਂ ਰੋਕਿਆ। ਫਿਰ ਕੀ ਬਣਿਆ ਇਹ ਆਪਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਵਿਚਾਰਾਂ ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अगनास। हे पूरन हे सर्व मैं गुणतास। हे संगी हे निरंकार हे निर्गुण सब टेक। हे गोविंद हे गुण निधान सदा विवेक। हे अपरंपर हर हरे हो बनहार। हे संत कै सदा संग आधार। हे ठाकुर हूँ दासरो निर्गुण गुण नहीं कोई। नानक दीजै नाम दान परोए। आए प्रभ शरणागति नित दयाल। एक अखर हर मन बसत होत निहाल। एक अंकार सतगुरु प्रसाद सच हुए। वाहिगुरु जी की फतेह है। विनाशन सोए। वाहिगुरु जी की फतेह है। विनाशन सोए। वाहिगुरु जी का खालसा वाहिगुरु जी की फतेह। बहुत बहुत धन्यवाद ਸਰਬੱਤ ਸੰਗਤਾਂ।